ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੱਕਰ ਚਿਹਨ ਅਰ ਬਰਨ ਜਾਤ, ਅਰ ਪਾਤ ਨਹਿਨ ਜਿਹ। ਰੂਪ ਰੰਗ ਹਰ ਰੇਖ ਪੇਖ, ਕੋ ਕਹਿ ਨਾ ਸਕਤ ਕਿਹ। ਅਚਲ ਮੂਰਤ ਅਨਭਉ ਪ੍ਰਕਾਸ, ਅਮਿਤੋਜ ਕਹਿਜੈ। ਕੋਟ ਇੰਦਰ ਇੰਦਰਾਣ, ਸਾਹੇ ਸਾਹਣ ਗਣਿਜੈ। ਤਿਰ ਭਵਨ ਮਹੀਪ, ਸੁਰ ਨਰ ਅਸੁਰ। ਨੇਤ ਨੇਤ ਬਨ ਤ੍ਰਿਣ ਕਹਿਤ, ਤੈ ਸਰਬ ਨਾਮ ਕਥੈ ਕਵਨ। ਕਰਮ ਨਾਮ ਬਰਨਤ ਸੁਮਤ, ਪ੍ਰਣਵੋ ਆਦ ਏਕੰਕਾਰਾ। ਜਲ ਥਲ ਮਹੀਅਲ ਕੀਓ ਪਸਾਰਾ। ਆਦਿ ਪੁਰਖ ਅਭਿਗਤ ਅਬਿਨਾਸੀ, ਲੋਕ ਚਤੁਰਦਸ ਜੋਤ ਪ੍ਰਕਾਸੀ। ਕਾਲ ਪੁਰਖ ਕੀ ਦੇਹ ਮੋਹ, ਕੋਟਿਕ ਵਿਸ਼ਨ ਮਹੇਸ਼। ਕੋਟ ਇੰਦਰ ਬ੍ਰਹਮਾ ਕਿਤੇ, ਰਾਵ ਸਸ ਕਰੋੜ ਜਲੇਸ। ਮੁਖ ਊਚਰੈ ਸਾਸਤਰ ਖਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਨੈ, ਜੋ ਕਾਲ ਕਿਰਪਾ ਕਰਾਏ। ਅੰਧ ਸੁਨੈ ਅੰਧ ਲਖੈ ਬਦਰੋ ਸੁਨੈ, ਜੋ ਕਾਲ ਕਿਰਪਾ ਕਰਾਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਸਾਵਲ ਛੰਦ। ਘਣੰ ਘੰਟ ਬਾਜੰ, ਧੁਣੰ ਮੇਘ ਲਾਜੰ। ਭਇਓ ਸਦ ਏਵੰ, ਹੜਿਓ ਨੀਰ ਧੇਵੰ। ਘਣੰ ਘੰਟ ਬਾਜੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗਰੀਬ ਨਵਾਜ ਪਤਿਤ ਪਾਵਨ ਭਗਤ ਵਛਲ ਸਤਿਗੁਰੂ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ, ਵਾਲੀਏ ਦੋ ਜਹਾਨ ਸਾਹਿਬੇ ਕਮਾਲ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਦਸੇ ਗੁਰੂ ਸਾਹਿਬਾਨਾਂ ਦੀ ਆਤਮਕ ਜੋਤ, ਜਾਗਦੀ ਜੋਤ। ਚਵਰ ਛਤਰ ਸਿੰਘਾਸਣ ਤਖਤ ਦੇ ਮਾਲਕ, ਜੁਗੋ ਜੁਗ ਅਟਲ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਸਾਧ ਸੰਗਤ ਜੀਓ। ਆਪ ਗੁਰੂ ਕੀਆਂ ਸੰਗਤਾਂ ਗੁਰੂ ਚਰਨਾਂ ਵਿੱਚ ਸੰਧਿਆ ਦੇ ਸਮੇਂ ਤੋਂ ਹੀ ਜੁੜ ਕੇ ਲਾਹੇ ਪ੍ਰਾਪਤ ਕਰ ਰਹੇ ਹੋ।
ਗੁਰੂ ਮਹਾਰਾਜ ਜੀ ਦੀ ਤੁਰ ਕੀ ਬਾਣੀ ਸੋ ਦਰ ਰਹਿਰਾਸ ਸਾਹਿਬ ਜੀ ਦੇ ਜਾਪ ਆਪ ਸੰਗਤ ਜੀ ਨੇ ਸਰਵਣ ਕੀਤੇ ਹਨ। ਅਰਦਾਸ ਗੁਰੂ ਚਰਨਾਂ 'ਚ ਹੋਈ। ਉਸ ਤੋਂ ਉਪਰੰਤ ਮਹਾਰਾਜ ਜੀ ਦੇ ਪਾਵਨ ਪਵਿੱਤਰ ਹੁਕਮਨਾਮੇ ਸਰਵਣ ਕਰਕੇ ਲਾਹਾ ਲਿਆ ਹੈ। ਸੱਚੇ ਪਾਤਸ਼ਾਹ ਜੀ ਦੇ ਨਾਮ ਦੇ ਸਿਮਰਨ ਕੀਤੇ ਹਨ। ਉਸ ਤੋਂ ਉਪਰੰਤ ਜੋ ਗੁਰੂ ਮਹਾਰਾਜ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਹਨ, ਉਹਨਾਂ ਦੀ ਪਾਵਨ ਪਵਿੱਤਰ ਰਚਨਾ ਪਵਿੱਤਰ ਮੁਖਾਰਬਿੰਦ ਤੋਂ ਉਚਾਰੀ ਹੋਈ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਬਾਣੀ, ਉਸ ਵਿੱਚੋਂ ਜੋ ਗੁਰੂ ਕੀ ਬਚਿੱਤਰ ਨਾਟਕ ਬਾਣੀ ਹੈ, ਜੋ ਬਚਿੱਤਰ ਨਾਟਕ ਨਾਮ ਦਾ ਗ੍ਰੰਥ ਸੱਚੇ ਪਾਤਸ਼ਾਹ ਜੀ ਨੇ ਦਸਮ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖਿਆ ਹੋਇਆ ਹੈ, ਉਸ ਦੀ ਵਿਚਾਰ ਆਪਾਂ ਸੰਗਤੀ ਰੂਪ ਵਿੱਚ ਮਿਲ ਜੁਲ ਕੇ ਪੜ੍ਹ ਸੁਣ ਰਹੇ ਹਾਂ। ਹੁਣ ਉਸ ਪਵਿੱਤਰ ਕਥਾ ਦਾ ਸਾਧ ਸੰਗਤ ਜੀ ਸਮਾਂ ਹੋਇਆ ਹੈ। ਜਿਵੇਂ ਸੱਚੇ ਪਾਤਸ਼ਾਹ ਜੀ ਨੇ ਪਹਿਲੇ ਅਧਿਆਇ ਦੇ ਵਿੱਚ ਸ੍ਰੀ ਅਕਾਲ ਪੁਰਖ ਵਾਹਿਗੁਰੂ ਜੋ ਮਹਾਂਕਾਲ ਹੈ, ਉਸ ਵਾਹਿਗੁਰੂ ਦੀ ਉਸਤਤੀ ਕੀਤੀ ਹੈ, ਜਿਸ ਵਿੱਚ ਸੱਚੇ ਪਾਤਸ਼ਾਹ ਜੀ ਨੇ ਬੇਅੰਤ ਵਾਹਿਗੁਰੂ ਦੇ ਨਾਮ ਨਿਰਗੁਣ ਸਰਗੁਣ ਸਰੂਪ ਦੇ ਲਏ ਅਤੇ ਉਸ ਅਕਾਲ ਪੁਰਖ ਦਾ ਜੋ ਇੱਕ ਨਾਮ ਕਾਲ ਹੈ, ਅੰਤ ਕਰਤ ਸਭ ਜਗ ਕੋ ਕਾਲਾ, ਨਾਮ ਕਾਲ ਤਾਤੇ ਜਗ ਡਾਲਾ। ਜੋ ਵਾਹਿਗੁਰੂ ਸਾਰਿਆਂ ਦਾ ਅੰਤ ਕਰਦਾ ਹੈ, ਉਹ ਕੌਣ ਹੈ? ਕਾਲ ਹੀ ਹੈ, ਸਭ ਦਾ ਅੰਤ ਕਰਨ ਵਾਲਾ। ਇਸ ਕਰਕੇ ਉਸ ਵਾਹਿਗੁਰੂ ਦਾ ਇੱਕ ਨਾਮ ਕਾਲ ਵੀ ਹੈ। ਸੱਚੇ ਪਾਤਸ਼ਾਹ ਦਸਮ ਪਿਤਾ ਜੀ ਨੇ ਸ੍ਰੀ ਕਾਲ ਜੀ ਦੀ ਉਸਤਤ ਕੀਤੀ ਹੈ ਪਹਿਲੇ ਅਧਿਆਏ ਵਿੱਚ ਬਚਿੱਤਰ ਨਾਟਕ ਦੇ, ਜਿਸ ਨੂੰ ਆਪਾਂ ਗੁਰੂ ਮਹਾਰਾਜ ਜੀ ਦੀ ਕਿਰਪਾ ਨਾਲ ਪੜ੍ਹ ਸੁਣ ਰਹੇ ਹਾਂ। ਅੱਗੇ ਸੱਚੇ ਪਾਤਸ਼ਾਹ ਜੀ ਨੇ ਉਸ ਮਹਾਂਕਾਲ ਪਰਮਾਤਮਾ ਦਾ ਜੋ ਸਰੂਪ ਹੈ ਉਹ ਵਰਣਨ ਕੀਤਾ ਕਿ ਹੇ ਵਾਹਿਗੁਰੂ, ਤੇਰੇ ਹੱਥ ਵਿੱਚ ਤੁਸਾਂ ਨੇ ਡੋਰੂ ਜੋ ਫੜਿਆ ਹੋਇਆ ਹੈ, ਜੋ ਡਮਾਂ ਡੰਮ ਕਰਕੇ ਵੱਜ ਰਿਹਾ ਹੈ। ਆਪ ਜੀ ਦੇ ਉੱਪਰ ਜਾਂ ਆਪ ਜੀ ਦਾ ਜਿਹੜਾ ਹੈ ਛੱਤਰ ਹੈ, ਉਹ ਸਿਤਾ ਸੇਤ ਭਾਵ ਕਾਲਾ ਚਿੱਟਾ ਡੱਬ ਖੜੱਬਾ ਛੱਤਰ ਹੈ ਆਪ ਜੀ ਦਾ, ਡੱਬ ਖੜੱਬਾ ਛੱਤਰ, ਅਤੇ ਹਾਹਾ ਹੂ ਕਰਕੇ ਆਪ ਹੀ ਹੱਸ ਰਹੇ ਹੋ। ਝਮਾ ਝਮ ਅਤਰੰਗ ਜੋ ਆਪ ਜੀ ਦਾ ਅਸਤਰ ਸ਼ਸਤਰ ਹੈ, ਉਹ ਵੀ ਝਮਾ ਝਮ ਕਹੀਏ ਬਹੁਤ ਚਮਕ ਦਮਕ ਰਿਹਾ ਹੈ, ਲਿਸ਼ਕ ਰਿਹਾ ਹੈ। ਅਤੇ ਜਿਹੜੇ ਸੰਖ ਹੈ ਉਹ ਤਾਂ ਇਸ ਤਰ੍ਹਾਂ ਮਹਾਨ ਬਹੁਤ ਹੀ ਘੋਰ ਭਿਆਨਕ ਸ਼ਬਦ ਕਰ ਰਹੇ ਹੈ, ਇਸ ਤਰ੍ਹਾਂ ਸੰਖ ਵੱਜ ਰਹੇ ਹੈ ਜਿਵੇਂ ਪਰਲੇ ਕਾਲ ਦੇ ਸਮੇਂ ਜਦੋਂ ਮਹਾਂਪਰਲੇ ਹੁੰਦੀ ਹੈ, ਉਹ ਪਰਲੇ ਕਾਲ ਦੇ ਸਮੇਂ ਜਿਵੇਂ ਮੌਤ ਦੀ ਜਵਾਲਾ ਜਿਵੇਂ ਭੜਕਦੀ ਹੈ, ਜਿਵੇਂ ਅੱਗ ਲੱਗ ਜਾਏ ਕਿਸੇ ਜੰਗਲ ਨੂੰ, ਉਹ ਬੜੀ ਲਟ ਕਰਦੀ ਹੈ। ਮਹਾਂਪਰਲੇ ਸਮੇਂ 'ਤੇ ਬ੍ਰਹਿਮੰਡਾਂ ਦੇ ਬ੍ਰਹਿਮੰਡੀ ਤਹਿਸ ਨਹਿਸ ਹੋ ਜਾਂਦੇ ਅਤੇ ਅੱਗ ਹੀ ਅੱਗ ਫੈਲਦੀ ਹੈ। ਉਦੋਂ ਆ ਸੂਰਜ ਚੰਦਰਮਾ ਤਾਰੇ ਸਭ ਟੁੱਟ ਜਾਂਦੇ ਹੈ, ਸੂਰਜ ਦੀ ਅਗਨੀ ਵੀ ਸਭ ਐ ਭਸਮ ਇੱਧਰ ਉੱਧਰ ਹੋ ਜਾਂਦੀ ਹੈ। ਇਸ ਤਰ੍ਹਾਂ ਵਾਹਿਗੁਰੂ ਤੇਰੇ ਭਿਆਨਕ ਸਰੂਪ ਮਹਾਂਕਾਲ ਵਾਹਿਗੁਰੂ ਹੈ। ਹੋਰ ਵੀ ਅੱਗੇ ਮਹਾਰਾਜ ਸਿਫਤ ਕਰ ਰਹੇ ਹੈ। ਉਸ
ਵਚਨਾਂ ਨੂੰ ਕਥਨ ਕਰ ਰਹੇ ਹੈ ਕਿ ਜੋ ਅਕਾਲ ਪੁਰਖ, ਇੱਕ ਤੇ ਹੈ ਕਾਲ, ਜੋ ਕਾਲ ਦਾ ਵੀ ਕਾਲ ਕਰਨ ਵਾਲਾ, ਉਹ ਕੀ ਹੈ? ਮਹਾਂਕਾਲ। ਮਹਾਂਕਾਲ ਰਖਵਾਰ ਹਮਾਰੋ, ਮਹਾਲੋਹ ਮੈਂ ਕਿੰਕਰ ਥਾਰੋ। ਉਸ ਅਕਾਲ ਪੁਰਖ ਦਾ ਹੀ ਸਰੂਪ ਸਤਿਗੁਰੂ ਜੀ ਵਰਣਨ ਕਰ ਰਹੇ ਆ, ਉਸ ਦੇ ਸਰੂਪ ਨੂੰ ਹੀ ਕਥਨ ਕਰ ਰਹੇ ਹਨ। ਅੱਗੇ ਜਿਵੇਂ ਕਥਾ ਵਿਚਾਰ ਬਚਿੱਤਰ ਨਾਟਕ ਬਾਣੀ ਵਿੱਚੋਂ ਆ ਰਹੀ ਹੈ, ਉਸ ਨੂੰ ਆਪਾਂ ਸਰਵਣ ਕਰੀਏ। ਜਦੋਂ ਨਿਰਗੁਣ ਸਰੂਪ ਦਾ ਕਥਨ ਆ ਜਾਂਦਾ ਹੈ, ਉਹ ਸੰਗਤ ਵਿੱਚ ਸੁਣਨਾ ਕਈਆਂ ਨੂੰ ਸਮਝਣਾ ਔਖਾ ਹੋ ਜਾਂਦਾ ਹੈ, ਕਿਉਂਕਿ ਸਾਧ ਸੰਗਤ ਜੀ ਇਹ ਤਾਂ ਪਰਮਾਤਮਾ ਦੇ ਨਾਮ ਦੀ ਬੜੀ ਵੱਖਰੀ ਖੇਡ ਹੈ। ਅਸੀਂ ਜਿਹੜੀ ਕੋਈ ਸਾਖੀ ਸੁਣਨੀ ਹੈ ਜਾਂ ਕੋਈ ਦੁਨਿਆਵੀ ਗੱਲ ਵਿਚਾਰ, ਉਹ ਸਾਡੇ ਖਾਨੇ 'ਚ ਬਹਿ ਜਾਂਦੀ ਹੈ, ਸਮਝ ਵੀ ਆ ਜਾਂਦੀ ਹੈ। ਦੁਨਿਆਵੀ ਗੱਲਾਂ ਜਾਂ ਸਿੱਧੀਆਂ ਸਿੱਧੀਆਂ ਸਾਖੀਆਂ ਨੂੰ ਹੀ ਛੇਤੀ ਸਮਝ ਲੈਂਦੇ ਹਾਂ, ਤਾਂ ਕਰਕੇ ਸਾਨੂੰ ਥੋੜ੍ਹਾ ਉਹ ਸੁਣਨ ਵਿੱਚ ਚੰਗਾ ਲੱਗਦਾ ਹੈ। ਜਿਵੇਂ ਗੁਰੂ ਮਹਾਰਾਜ ਜੀ ਨੇ ਇੱਥੇ ਲਿਖਿਆ ਹੈ ਵੀ ਉਹ ਪਰਮੰ ਪੁਰਾਣੰ ਪਵਿੱਤਰੰ ਪਰਯੰ ਅਨਾਦੰ ਅਨੀਲੰ ਅਸੰਭੰ ਅਜੇਯੰ, ਅਤੇ ਪਿਓ ਅਜਿੱਤ ਹੈ, ਉਹ ਤੱਕਣੇ ਤੋਂ ਰਹਿਤ ਹੈ, ਉਹ ਜੀਵਨੀ ਸ਼ਕ ਹੜੱਪਣੇ ਤੋਂ ਰਹਿਤ ਹੈ। ਫਿਰ ਇਹੋ ਜਿਹੀਆਂ ਗੱਲਾਂ ਉਹ ਥੋੜ੍ਹੀ ਸਮਝਣ ਵਿੱਚ ਔਖੀਆਂ ਹੋ ਜਾਂਦੀਆਂ ਵੀ ਉਹ ਕੀ ਹੈ, ਜੋ ਐਸਾ ਨਹੀਂ ਅਤੇ ਫਿਰ ਉਹ ਕੈਸਾ ਹੈ। ਪਰ ਸਤਿਗੁਰੂ ਮਹਾਰਾਜ ਜੀ ਨੇ ਪਹਿਲੇ ਅਧਿਆਏ ਵਿੱਚ ਅਕਾਲ ਪੁਰਖ ਦਾ ਹੀ ਵਰਣਨ ਕੀਤਾ ਹੈ। ਤਾਂ ਹੀ ਤਾਂ ਸਤਿਗੁਰੂ ਜੀ ਨੇ ਸਾਤੋ ਆਕਾਸ ਸਾਤੋ ਪਤਾਰ ਬਿਥਰਿਓ ਅਦ੍ਰਿਸ਼ਟ ਜੇ ਕਰਮ ਜਾਰ ਉਸਤਤ ਸੰਪੂਰਨੰ। ਅਕਾਲ ਉਸਤਤ ਵਿੱਚ ਬੜੀ ਉਸਤਤੀ ਵਾਹਿਗੁਰੂ ਦੀ ਕੀਤੀ। ਦੋ ਤੁਕਾਂ ਦੇ ਨਾਲ ਇਹ ਗੁਰੂ ਜੀ ਨੇ ਪ੍ਰਗਟ ਕੀਤਾ ਹੈ ਕਿ ਬਚਿੱਤਰ ਨਾਟਕ ਵਿੱਚ ਵੀ ਉਸਤਤ ਕਰ ਰਹੇ ਹਾਂ, ਅਤੇ ਬਚਿੱਤਰ ਨਾਟਕ ਵੀ ਅਨੋਖਾ ਅਦਭੁਤ ਨਾਟਕ, ਉਹ ਜੋ ਅਦਭੁਤ ਆਸ਼ਚਰਜ ਰੂਪੀ ਅਕਾਲ ਪੁਰਖ ਹੈ, ਉਸ ਨੇ ਜੋ ਨਾਟਕ ਕੌਤਕ ਇਹ ਜਗਤ ਦਾ ਤਮਾਸ਼ਾ ਸਾਨੂੰ ਦਿਖਾਇਆ ਹੈ, ਉਹਦਾ ਹੀ ਅਸੀਂ ਗ੍ਰੰਥ ਮਹਾਰਾਜ ਕਹਿੰਦੇ ਲਿਖ ਰਹੇ ਹਾਂ। ਆਓ ਸੰਗਤ ਜੀ ਜਿਵੇਂ ਕਥਾ ਵਿਚਾਰ ਆਉਂਦੀ ਸਰਵਣ ਕਰੀਏ। ਕਥਾ ਵਿਚਾਰ ਸਰਵਣ ਕਰਨ ਤੋਂ ਪਹਿਲਾਂ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਨਵਾਓ ਸੀਸ, ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਸਾਵਲ ਛੰਦ ਘਣੰ ਘੰਟ ਬਾਜੰ। ਉਸ ਅਕਾਲ ਪੁਰਖ ਦੇ ਦਰ 'ਤੇ ਸੰਖਨ ਕੀ ਧੁਨ ਘੰਟਨ ਕੀ ਕਰ। ਅਤੇ ਉੱਥੇ ਸੰਖਾਂ ਦੀ ਧੁਨੀ, ਘੰਟਿਆਂ ਦੀ ਆਵਾਜ਼, ਘੜਿਆਲਾਂ ਦੀ ਆਵਾਜ਼ ਹੋ ਰਹੀ ਹੈ। ਫੂਲਣ ਕੀ ਬਰਖਾ ਬਰਖਾਵੈ। ਇਸੇ ਤਰ੍ਹਾਂ ਜੋ ਮਹਾਂਕਾਲ ਹੈ, ਉਸ ਅਕਾਲ ਪੁਰਖ ਦੇ ਘਣੰ ਕਹੀਏ ਅਨੇਕਾਂ ਬਹੁਤੇ ਘੰਟ, ਜਿਹੜੇ ਘੰਟੇ ਹੈ, ਘੜਿਆਲਾਂ, ਟੱਲ, ਉਹ ਘਣੰ ਬਹੁਤੇ ਵੱਜ ਰਹੇ ਹਨ। ਜਾਂ ਉਸ ਮਹਾਂਕਾਲ ਦਾ ਬੋਲਾ ਐਸਾ ਗੜਗਾਜੈ ਜਿਵੇਂ ਬਹੁਤੇ ਘਣੰ ਕਹੀਏ ਬਹੁਤੇ ਘੰਟ, ਘੜਿਆਲ, ਘੰਟੇ ਇਹ ਟਾਲੀ ਵੱਜ ਰਹੇ ਹਨ। ਧੁਣੰ ਮੇਘ ਲਾਜੰ। ਧੁਣੰ ਉਹ ਜਦੋਂ ਜਿਹੜੇ ਉੱਥੇ ਵਾਹਿਗੁਰੂ ਦੇ ਦਰ 'ਤੇ ਅਕਾਲ ਮਹਾਂਕਾਲ ਦੇ ਘੰਟੇ, ਘੜਿਆਲ, ਟੱਲ ਵੱਜ ਰਹੇ ਹੈ, ਅਤੇ ਧੁਣੰ ਕਹੀਏ ਆਵਾਜ਼, ਉਸ ਦੀ ਧੁਨੀ ਨੂੰ ਸੁਣ ਕੇ ਮੇਘ ਜਿਹੜੇ ਬੱਦਲ ਹੈ, ਲਾਜੰ ਕਹੀਏ, ਉਹ ਵੀ ਸ਼ਰਮਸ਼ਾਰ ਹੁੰਦੇ ਆ ਵੀ
ਇੰਨੀ ਤੇ ਆਵਾਜ਼ ਸਾਡੀ ਵੀ ਨਹੀਂ ਗੱਜਣ ਆਉਂਦੀ। ਉੱਥੇ ਇੰਨੇ ਘੰਟੇ ਘੜਿਆਲ ਤੇ ਜਿਹੜੇ ਟੱਲ ਵੱਜ ਰਹੇ ਹੈ ਸਾਧ ਸੰਗਤ ਜੀ, ਜਿਸ ਦੀ ਆਵਾਜ਼ ਸੁਣ ਕੇ ਮੇਘ ਲਾਜਮ, ਜਿਹੜੀ ਮੇਘਾਂ ਦੀ ਧੁਨੀ ਆਵਾਜ਼ ਹੈ ਉਹ ਵੀ ਸ਼ਰਮਿੰਦੀ ਹੁੰਦੀ ਹੈ, ਉਹ ਵੀ ਫਿੱਕੀ ਪੈ ਜਾਂਦੀ ਹੈ, ਬੱਦਲ ਵੀ ਸ਼ਰਮਾ ਜਾਂਦੇ ਹਨ। ਭਇਓ ਸਦ ਏਵੰ, ਭਇਓ ਸਦ ਕਹੀਏ ਆਵਾਜ਼, ਇਸ ਤਰ੍ਹਾਂ ਦਾ ਆਵਾਜ਼ਾ ਹੋ ਰਿਹਾ ਹੈ। ਹੜਿਓ ਨੀਰ ਧੇਵੰ, ਵੀ ਜਿਵੇਂ ਨੀਰ ਧੇਵੰ ਕਹੀਏ ਸਮੁੰਦਰ, ਜਿਵੇਂ ਸਮੁੰਦਰ ਵਿੱਚ ਹੜ੍ਹ ਆ ਜਾਂਦਾ ਹੈ, ਨੀਰ ਕਹੀਏ ਪਾਣੀ ਦਾ, ਉਹ ਆਵਾਜ਼ ਹੁੰਦੀ ਹੈ ਨਾ ਸਮੁੰਦਰ ਦੇ ਕਿਨਾਰੇ, ਉਹ ਚੁੱਲ ਚੁੱਲ ਕਰਦਾ ਪਾਣੀ ਆਉਂਦਾ, ਛਾਂ ਛਾਂ ਦੀ ਆਵਾਜ਼ ਆਉਂਦੀ ਜਦੋਂ ਪਾਣੀ ਆਣ ਕੇ ਵੱਜਦਾ ਹੈ ਕਿਨਾਰਿਆਂ 'ਤੇ। ਜਿਵੇਂ ਉਹ ਨੀਰ ਧੇਵੰਗ ਸਮੁੰਦਰ ਵਿੱਚ ਹੜ੍ਹ ਪਾਣੀ ਦਾ ਆ ਜਾਂਦਾ ਹੈ, ਆਵਾਜ਼ ਹੁੰਦੀ ਹੈ, ਇਸ ਤਰ੍ਹਾਂ ਉਹਦਾ ਸ਼ਬਦ ਹੁੰਦਾ ਹੈ ਉੱਥੇ। ਘੁਰੰ ਘੁੰਗਰਿਅੰ, ਪਰਮਾਤਮਾ ਦੇ ਜਿਹੜੇ ਚਰਨ ਹਨ ਉਹ ਚਰਨਾਂ ਦੇ ਵਿੱਚ ਘੁੰਗਰੂ, ਘੁੰਗਰਿਆਂ ਕਹੀਏ ਘੁੰਗਰੂ, ਇਹ ਟਿੱਪੀ ਜਿਹੜੀ ਇੱਕ ਚਾਲ ਹੈ ਸ਼ਬਦ ਦੀ, ਅਤੇ ਉਂਝ ਘੁੰਗਰਿਆਂ ਘੁੰਗਰੂ, ਘੁੰਗਰੂ ਘੁਰੰ ਕਹੀਏ ਬੜੇ ਵੱਜ ਰਹੇ ਛਣਕਦੇ ਹਨ। ਧੁਣੰ ਨੇਵਰਿਅੰ, ਨੇਵਰਿਆਂ ਕਹੀਏ ਜਿਹੜੀ ਝਾਂਜਰਾਂ ਬਹੁਟੇ ਹੁੰਦੇ, ਪੌਟੇ ਹੁੰਦੇ ਜਿਹੜੇ ਝਾਂਜਰਾਂ ਦੀ ਜਿਹੜੀ ਆਵਾਜ਼ ਹੈ ਉਹ ਵੀ ਬਹੁਤ ਉੱਚੀ ਹੋ ਰਹੀ ਹੈ। ਮਹਾਨਾਦ ਨਾਦੰ, ਮਹਾਨਾਦ ਜਿਸ ਦਾ ਸ਼ਬਦ ਕਹੀਏ, ਨਾਦੰ ਕਹੀਏ ਜਿਸ ਦੇ ਸ਼ਬਦ, ਮਹਾ ਜਿਸ ਦੇ ਸ਼ਬਦ ਦੀ ਬਹੁਤ ਹੀ ਜਿਹੜੀ ਨਾਦੰ ਕਹੀਏ ਆਵਾਜ਼ ਹੋ ਰਹੀ ਹੈ। ਸੁਰੰ ਨਿਰਵਿਖਾਦੰ, ਸੁਰੰਗ ਜਿਨ੍ਹਾਂ ਦੀ ਸੁਰੰਗ ਜਿਹੜੀ ਆਵਾਜ਼ ਹੈ, ਜਿਸ ਦੀ ਸੁਰ ਹੈ ਨਿਰਵਿਖਾਦੰ, ਵਿਖਾਦ ਕਹੀਦਾ ਝਗੜੇ ਨੂੰ ਹੈ, ਝਗੜਿਆਂ ਤੋਂ ਰਹਿਤ ਕਰ ਦੇਣ ਵਾਲੀ ਹੈ, ਰਹਿਤ ਕਰ ਦਿੰਦੀ ਹੈ, ਐਸੀ ਆਵਾਜ਼ ਹੈ ਸੁੰਦਰ, ਐਸਾ ਸੁਰ ਹੈ। ਸੁਰੰਗ ਕਹੀਏ ਜਿਹੜੇ ਦੇਵਤੇ ਹੈ, ਉਹ ਦੇਵਤਿਆਂ ਦੇ ਨਿਰਵਿਖਾਦੰ, ਦੇਵਤਿਆਂ ਨੂੰ ਝਗੜਿਆਂ ਤੋਂ ਬਿਨਾਂ ਕਰ ਦਿੰਦੀ, ਐਸੀ ਉਹ ਸੁਰ ਹੈ ਝਾਂਜਰਾਂ ਘੁੰਗਰੂਆਂ ਦੀ। ਫਿਰ ਵਿਖਾਦ ਨਾਮ ਦੁੱਖ ਦਾ ਵੀ ਹੁੰਦਾ ਹੈ, ਜੋ ਦੁੱਖਾਂ ਤੋਂ ਰਹਿਤ ਕਰ ਦਿੰਦੀ ਐਸੀ ਸੁਰ ਹੈ ਉਹ। ਵਿਖਾਦ ਕਹੀਦਾ ਹੈ ਜਿਵੇਂ ਆ ਵੱਧ ਘੱਟ ਨੂੰ, ਵੀ ਉਹ ਇਹ ਨਹੀਂ ਵੀ ਆਵਾਜ਼ ਕਦੀ ਵੱਧ ਕਦੀ ਘੱਟ, ਨਿਰਵਿਖਾਦੰ ਵਿਖਾਦ ਐ ਵਿਗਣ ਤੋਂ ਬਿਨਾਂ ਇੱਕ ਰਸ, ਵੱਧ ਘੱਟ ਨਹੀਂ ਹੈ, ਇੱਕ ਰਸ ਪਰਮਾਤਮਾ ਦੇ ਚਰਨਾਂ ਵਿੱਚ ਘੁੰਗਰੂਆਂ ਦੀ ਅਤੇ ਚਰਨਾਂ ਦੀ ਇਹ ਝਾਂਜਰਾਂ ਦੀ ਸੁਰੰਗ ਕਹੀਏ ਸੁਰ ਹੋ ਰਹੀ ਹੈ, ਜੋ ਬਿਨ ਝਗੜਿਆਂ ਤੋਂ ਕਰ ਦੇਣ ਵਾਲੀ, ਰਹਿਤ ਕਰ ਦੇਣ ਵਾਲੀ ਹੈ। ਸਿਰ ਮਾਲ ਰਾਜੰ, ਆਪ ਜੀ ਦੇ ਸਿਰ ਕਹੀਏ ਗਲ, ਉਹ ਸਿਰ ਦੇ ਨਾਲ ਹੀ ਹੁੰਦਾ ਨਾ ਗਲ, ਇਸ ਕਰਕੇ ਅਰਥ ਲੈ ਲੈਣਾ। ਗਲ ਦੇ ਵਿੱਚ ਜਿਹੜੀ ਮਾਲਾ ਹੈ ਉਹ ਬੜੀ ਸ਼ੋਭ ਰਹੀ ਹੈ, ਜਾਂ ਵੀ ਸਿਰ ਮਾਲ, ਗਲ ਦੇ ਵਿੱਚ ਪ੍ਰਭੂ ਪਰਮਾਤਮਾ ਦੇ ਜਿਹੜੇ, ਇਹ ਕਿਉਂਕਿ ਮਹਾਂਕਾਲ ਦੀ ਮਹਾਰਾਜ ਗੱਲ ਕਰ ਰਹੇ ਹੈ ਨਾ, ਤਾਂ ਕਰਕੇ ਵੀ ਮਹਾਂਕਾਲ ਜੋ ਹੈ ਸਭ ਦਾ ਕਾਲ ਕਰਨ ਵਾਲਾ ਜੀਵਾਂ ਦਾ, ਅਤੇ ਉਹ ਜੀਵਾਂ ਦੇ ਸਿਰ ਹੀ ਹੈ ਨਾ ਜਦੋਂ ਨਾਸ ਹੋਣਾ ਹੈ। ਅਤੇ ਇਸ ਤਰ੍ਹਾਂ ਜਿਹੜੇ ਸਿਰਾਂ ਦੀ ਮਾਲਾ ਹੈ ਉਹ ਬੜੀ ਸ਼ੋਭ ਰਹੀ ਆਪ ਜੀ ਦੇ ਗਲ ਵਿੱਚ। ਲਖੇ ਰੁਦਰ ਲਾਜੰ, ਜਿਸ ਮਾਲਾ ਨੂੰ ਦੇਖ ਕੇ, ਲਖੇ ਕਹੀਏ ਦੇਖ ਕੇ ਜਾਣ ਕੇ, ਰੁਦਰ ਜਿਹੜੇ ਪਤਾ ਨਹੀਂ ਕਰੋੜਾਨ ਕਰੋੜ ਬੇਅੰਤ ਸ਼ਿਵ ਜੀ ਹੈ, ਉਹ ਵੀ ਲੱਜਿਆਵਾਨ ਹੋ ਰਹੇ ਹੈ, ਸ਼ਰਮਿੰਦੇ ਹੋ ਰਹੇ ਹਨ ਕਿ ਮੈਂ ਤਾਂ ਸਿਰਫ ਪਾਰਬਤੀ ਦੇ ਮੁੰਡੀਆਂ ਪਾਈਆਂ ਹੋਈਆਂ ਹਨ ਗਲ ਦੇ ਵਿੱਚ। ਸੁਬੇ ਚਾਰ ਚਿਤਰੰ, ਆਪ ਜੀ ਦੇ ਜਿਹੜੇ ਚਿਤਰੰ ਕਹੀਏ ਮੂਰਤ ਹੈ, ਜੋ ਅਕਾਲ ਮੂਰਤ ਹੋ ਆਪ ਜੀ ਦੀ ਮੂਰਤ ਜੋ ਸੂਰਤ ਹੈ, ਸਰੂਪ ਹੈ, ਚਾਰ ਬੜਾ ਸੁੰਦਰ ਹੈ।
ਤੇ ਸੂਬੇ ਕਹੀਏ ਸੋਭ ਰਿਹਾ ਹੈ। ਜਾਂ ਚਿਤਰੰਗ ਆਪ ਜੀ ਦੀ ਜਿਹੜੀ ਸੂਰਤ ਹੈ ਉਹ ਚਾਰ ਕਹੀਏ ਚਾਰੇ ਪਾਸਿਆਂ ਹੀ ਸੋਭਨੀਕ ਹੋ ਰਹੀ ਹੈ। ਪਰਮੰ ਪਵਿੱਤਰੰ ਆਪ ਜੀ ਦੀ ਸੂਰਤ ਸਰੂਪ ਮੂਰਤੀ ਪਰਮੰ ਬਹੁਤ ਹੀ ਪਵਿੱਤਰ ਹੈ, ਬਹੁਤ ਜ਼ਿਆਦਾ ਹੀ ਪਵਿੱਤਰ ਪੁਨੀਤ ਹੈ। ਮਹਾਗਰਜ ਗਰਜੰ ਮਹਾਗਰਜ ਤੇ ਜਿਹੜੇ ਬਹੁਤ ਗਰਜਣ ਵਾਲੇ ਹੈ, ਬਿਜਲੀ ਜਿਵੇਂ ਬਿਜਲੀ ਹੁੰਦੀ ਹੈ ਗਰਜਣ ਵਾਲੀ, ਬੱਦਲ ਗੱਜਦੇ ਹੈ ਜਿਵੇਂ ਬੱਦਲ ਗੱਜਦੇ ਹੈ, ਤੇ ਬਿਜਲੀ ਵੀ ਗੱਜਦੀ ਹੈ, ਬਹੁਤ ਆਵਾਜ਼ ਕਰਦੀ ਬੱਦਲ ਪਾੜ ਕੇ। ਉਹ ਮਹਾਂ ਗੱਜਣ ਵਾਲੇ ਜਾਂ ਕੋਈ ਸੂਰਮੇ ਆਦੈਂਤ ਤਾਕਤਾਂ ਵਾਲੇ ਗੱਜਣ ਵਾਲੇ ਹੈ, ਉਹਨਾਂ ਗੱਜਣਿਆਂ ਵਾਲਿਆਂ ਵਿੱਚੋਂ ਹੇ ਪਰਮਾਤਮਾ ਪ੍ਰਭੂ ਮਹਾਕਾਲ ਤੇਰੀ ਵੱਡੀ ਗਰਜ ਹੈ, ਤੇਰਾ ਗੱਜਣਾ ਵੱਡਾ ਹੈ। ਇਸੇ ਤਰ੍ਹਾਂ ਮਹਾਗਰਜ ਜਿਹੜੇ ਗਰਜੀ ਹੈ, ਗਰਜੀ ਲੋਕ, ਉਹਨਾਂ ਗਰਜੀਆਂ ਜੀਵਾਂ ਦੀ ਤੁਸੀਂ ਮਹਾਂ ਕਹੀਏ ਬਹੁਤ ਵੱਡੀਆਂ ਵੱਡੀਆਂ ਗਰਜਾਂ ਪੂਰੀਆਂ ਕਰਨ ਵਾਲੇ ਹੋ। ਸੁਣੇ ਦੂਤ ਲਰਜੰ ਆਪ ਜੀ ਦੀ ਐਸੀ ਮਹਾਨ ਗਰਜ ਨੂੰ ਸੁਣ ਕੇ ਜਿਹੜਾ ਧਰਮ ਰਾਜੇ ਦਾ ਜਮਦੂਤ ਹੈ ਉਹ ਵੀ ਲਰਜੰ ਕਹੀਏ ਕੰਬਦੇ ਹਨ, ਥਰ ਥਰ ਕੰਬਦੇ ਗੱਛਾਂ ਪੈਂਦੀਆਂ ਹਨ। ਸ਼ਰਵੰ ਸ਼੍ਰੌਣ ਸੋਹੰ ਤੇ ਜਿਹੜੇ ਆਪ ਜੀ ਦੇ ਗਲ ਵਿੱਚ ਜੀਵਾਂ ਦੇ ਸਿਰਾਂ ਦੀਆਂ ਮਾਲਾ ਹੈ, ਉਹਨਾਂ ਵਿੱਚੋਂ ਜਿਹੜਾ ਸ਼ਰਵਣ ਕਹੀਏ ਸ਼੍ਰੋਣ ਲਹੂ ਸਰਾਵ ਰਿਹਾ ਹੈ, ਚੋ ਰਿਹਾ ਹੈ, ਉਹ ਬੜਾ ਸੋਭਨੀਕ ਹੋ ਰਿਹਾ ਹੈ। ਮਹਾਮਾਨ ਮੋਹੰ ਮਹਾ ਜਿਹੜਾ ਮਹਾ ਹੈ ਨਾ ਮਾਨ, ਬਹੁਤ ਮਾਨ ਧਾਰੀ ਹੈ ਨਾ, ਮਾਨੀ ਹੰਕਾਰੀ, ਉਹ ਮਾਨੀ ਹੰਕਾਰੀਆਂ ਦਾ ਮਾਨ ਮੋਹਨ ਕਹੀਏ, ਉਹ ਮਾਨ ਧਾਰੀਆਂ ਨੂੰ ਵੀ ਤੁਸੀਂ ਮੋਹ ਰਹੇ ਹੋ। ਮਹਾਮਾਨ ਜਿਹੜੋ ਮਹਾਮਾਨ ਹੰਕਾਰ ਹੈ, ਮੋਹਨ ਕਹੀਏ ਉਹ ਵੀ ਮੂਰਛਿਤ ਹੋ ਰਿਹਾ ਹੈ, ਉਹ ਵੀ ਖਤਮ ਹੋ ਰਿਹਾ ਹੈ, ਮਾਨ ਦਾ ਮਾਨ ਵੀ ਖਤਮ ਹੋ ਰਿਹਾ ਹੈ। ਮਹਾਮਾਨ ਮੋਹਨ ਬਹੁਤ ਹੀ ਜੋ ਮਾਨ ਧਾਰੀ ਹੈ ਉਸ ਨੂੰ ਆਪ ਜੀ ਦੀ ਐਸੀ ਜਿਹੜੀ ਹੈ ਗਰਜ ਹੈ ਉਹ ਮੋਹ ਰਹੀ ਹੈ, ਤੇ ਇਸੇ ਤਰ੍ਹਾਂ ਜਿਹੜੇ ਮੂਰਛਿਤ ਕਰ ਰਹੀ ਹੈ। ਤੇ ਮਹਾਮਾਨ ਮੋਹਨ ਜਿਹੜੇ ਵੱਡਾ ਜਿਹੜਾ ਮਾਨ ਹੰਕਾਰ ਹੈ ਇਹ ਵੀ ਇੱਕ ਵਾਹਿਗੁਰੂ ਦਾ ਬਣਾਇਆ ਹੋਇਆ ਹੀ ਹੈ ਚੋਰ ਦੂਤ। ਜਿਹੜਾ ਮਾਨ ਹੈ ਉਹਦਾ ਮਾਨ ਵੀ ਮੋਹਿਆ ਜਾ ਰਿਹਾ ਹੈ, ਉਸ ਦਾ ਮਾਨ ਵੀ ਮੂਰਛਿਤ ਹੋ ਰਿਹਾ, ਖਤਮ ਹੋ ਰਿਹਾ ਹੈ। ਭੁਜੰਗ ਪਰਿਆਤ ਛੰਦ ਸ੍ਰਿਜੇ ਸੇਤ ਜੰਗ ਜੇਰ ਜੰਗ ਉਤ ਭੁਜੇਵੰ ਜਿਸ ਪ੍ਰਭੂ ਨੇ ਸੇਤ ਜੰਗ ਕਹੀਏ ਅੰਡਜ ਜੇਰਜ ਸੇਤ ਯਕੀਨੀ ਉਤਪੁਜ ਖਾਨ ਬਹੁਰ ਰਚ ਦੀਨੀ, ਜਿਵੇਂ ਚੌਪਈ ਸਾਹਿਬ ਚ ਮਹਾਰਾਜ ਲਿਖਿਆ ਹੈ। ਜਿਹੜੀਆਂ ਚਾਰ ਖਾਣੀਆਂ ਹੈ ਉਹ ਵੀ ਵਾਹਿਗੁਰੂ ਜੀ ਨੇ ਆਪ ਤੁਸੀਂ ਸਿਰਜੇ ਕਹੀਏ ਬਣਾਈਆਂ ਹੈ, ਆਪ ਪੈਦਾ ਕੀਤੀਆਂ ਹਨ। ਸੇਤ ਜੰਗ ਹੁੰਦਾ ਹੈ ਜਿਹੜਿਆ ਮੁੜਕੇ ਤੋਂ ਜੀਵ ਪੈਦਾ ਹੁੰਦੇ ਹੈ, ਮੁੜਕੇ ਦੀ ਮੈਲ ਤੋਂ, ਜਿਵੇਂ ਜੂਆਂ ਪੈਦਾ ਹੋ ਜਾਂਦੀਆਂ ਮਨੁੱਖਾਂ ਨੂੰ, ਪਸ਼ੂਆਂ ਨੂੰ ਪਿੱਛੂ ਜਿਹੜੇ ਆਪ ਪੈਦਾ ਹੋ ਜਾਂਦੇ ਹੈ ਉਹ ਮੁੜਕੇ ਦੇ ਨਾਲ ਹੀ। ਇਸ ਤਰ੍ਹਾਂ ਜਿਹੜੇ ਜੀਵ ਪੈਦਾ ਹੁੰਦੇ ਮੁੜਕੇ ਤੋਂ, ਤੇ ਉਹ ਸੇਤ ਜੰਗ ਖਾਣੀ। ਜੇਰ ਜੰਗ ਜਿਹੜਿਆ ਪਸ਼ੂਆਂ ਦੇ ਵੱਛਾ ਵੱਛੀ ਆਦਿਕ, ਹੋਰ ਹਾਥੀ ਦੇ ਬੱਚੇ ਜਾਂ ਸ਼ੇਰਨੀ ਦੇ ਬੱਚੇ ਜਿਹੜੇ ਜੇਰ ਦੇ ਰਾਹੀਂ ਪੈਦਾ ਹੁੰਦੇ ਜੀਵ। ਮਨੁੱਖ ਜਿਹੜਾ ਉਹ ਵੀ ਜੇਰ ਦੇ ਰਾਹੀਂ ਪੈਦਾ ਹੀ ਹੁੰਦਾ ਹੈ, ਬੰਦੇ ਦੀ ਪੈਦਾਇਸ਼ ਵੀ ਜੇਰ ਦੇ ਰਾਹੀਂ ਹੀ ਹੈ। ਉਤਪੁਜੇ ਵੰਗ ਉਤਪੁਜ ਖਾਣੀ ਜਿਹੜੀ ਆ ਧਰਤੀ ਨੂੰ ਪਾੜ ਕੇ ਜਿਹੜੇ ਹੈ ਬਨਸਪਤੀ ਪੈਦਾ ਹੁੰਦੀ ਹੈ। ਘਾਹ ਫੁੱਲ ਰੁੱਖ ਵੇਲਾਂ ਜੋ ਵੀ ਧਰਤੀ ਵਿੱਚੋਂ ਪਾੜ ਕੇ ਬਾਹਰ ਆਉਂਦੇ ਹੈ ਪੈਦਾ ਹੁੰਦੇ ਹੈ ਬਨਸਪਤੀ ਭਾਵ।
ਉਤ ਭੁਜੇਵੰ ਖਾਣੀ ਵੀ, ਜੇਰਜ ਖਾਣੀ ਵੀ, ਸੇਤ ਚੰ ਖਾਣੀ ਵੀ, ਇਹ ਤੁਸਾਂ ਨੇ ਸਿਰਜੇ ਹਨ। ਰਚੇ ਅੰਡਜੰ ਖੰਡ ਬ੍ਰਹਮੰਡ ਏਵੰ। ਅੰਡਜੰ ਕਹੀਏ ਜੋ ਆਂਡਿਆਂ ਤੋਂ ਪੈਦਾ ਹੋਣ ਵਾਲੇ ਹੈ ਜੀਵ, ਚਿੜੀਆਂ ਦੇ ਬੱਚੇ, ਹੋਰ ਆ ਕਈ ਜਿਹੜੇ ਜੀਵ ਹੈ, ਪੰਛੀਆਂ ਦੇ ਬੱਚੇ ਹੈ, ਉਹ ਆਂਡਿਆਂ ਤੋਂ ਪੈਦਾ ਹੁੰਦੇ ਹੈ। ਕੁਕੜੀਆਂ ਆਦਿਕ ਜਿਹੜੇ ਚੂਚੇ ਹੁੰਦੇ ਹੈ, ਜਿਹੜੇ ਅੰਡਜ ਖਾਣੀ ਹੈ, ਅੰਡਿਆਂ ਤੋਂ ਪੈਦਾ ਹੋਣ ਵਾਲੇ ਜੀਵ, ਉਹ ਵੀ ਆਪ ਜੀ ਨੇ ਹੀ ਰਚੇ ਹੈ, ਪੈਦਾ ਕੀਤੇ। ਭਾਵ ਚਾਰੇ ਖਾਣੀਆਂ ਆਪ ਜੀ ਨੇ ਪੈਦਾ ਕੀਤੀਆਂ ਹਨ। ਇਸੇ ਤਰ੍ਹਾਂ 9 ਖੰਡ, 21 ਪੁਰੀਆਂ ਬ੍ਰਹਿਮੰਡ, ਜਾਂ ਵੀ ਇਹ ਜਿਹੜੀਆਂ 4 ਖਾਣੀਆਂ 9 ਖੰਡ ਬ੍ਰਹਿਮੰਡ ਵਿੱਚ ਤੁਸਾਂ ਨੇ ਪੈਦਾ ਕੀਤੇ ਹੋਏ, ਆਪ ਜੀ ਨੇ ਰਚਨਾ ਕੀਤੀ ਹੋਈ ਹੈ। ਜਾਂ ਬ੍ਰਹਿਮੰਡ ਕਹੀਦਾ ਹੈ 21 ਪੁਰੀਆਂ ਨੂੰ, 7 ਪਤਾਲ, 7 ਆਕਾਸ਼, 7 ਦੀਪ। ਇਹ ਜਿਹੜੇ 21 ਪੁਰੀਆਂ ਵਾਲਾ ਬ੍ਰਹਿਮੰਡ ਦੀ ਵੀ ਰਚਨਾ ਆਪ ਜੀ ਨੇ ਕੀਤੀ ਹੈ। ਦਿਸਾ ਵਿਦਸਾਯੰ ਜਿਮੀ ਆਸਮਾਨੰ। ਵਿਦਿਸ਼ਾ 4 ਦਿਸ਼ਾਵਾਂ, ਪੂਰਬ, ਪੱਛਮ, ਉੱਤਰ, ਦੱਖਣ। ਫਿਰ ਇਸੇ ਤਰ੍ਹਾਂ 4 ਕੋਨੇ ਦੀਆਂ, ਅਤੇ ਧਰਤੀ ਅਤੇ ਆਕਾਸ਼, ਇਹ 10 ਦਿਸ਼ਾਵਾਂ ਜਿਹੜੀਆਂ ਵਿਦਸਾਯੰ ਭਾਵ ਉਪਦਿਸ਼ਾ, ਦਿਸ਼ਾ ਅਤੇ ਉਪਦਿਸ਼ਾ। ਜਿਮੀ ਨਹੀਂ ਪੜ੍ਹਨਾ, ਇਹਨੂੰ ਪੜ੍ਹਨਾ ਹੈ ਜਿਮੀ, ਥੋੜ੍ਹਾ ਲੰਬਾ ਕਰਕੇ, ਜਿਮੀ ਆਸਮਾਨ। ਜਮੀ ਕਹੀਏ ਧਰਤੀ ਵੀ, ਜ਼ਮੀਨ ਅਤੇ ਆਸਮਾਨ ਆਕਾਸ਼ ਵੀ ਆਪ ਜੀ ਨੇ ਰਚੇ ਹਨ। ਚਤੁਰ ਵੇਦ ਕਥਯੰ ਕੁਰਾਣੰ ਪੁਰਾਣੰ। 4 ਜਿਹੜੇ ਵੇਦ ਹੈ ਉਹ ਵੀ ਆਪ ਜੀ ਨੇ ਹੀ ਕਥਨ ਕੀਤੇ ਹਨ। ਇਸੇ ਤਰ੍ਹਾਂ ਕੁਰਾਨ ਮਜੀਦ, ਜਿਹੜੇ ਕਿਤਾਬ ਹਨ, ਕੁਰਾਨ ਮਜੀਦ, ਕੁਰਾਨ ਸ਼ਰੀਫ ਅਤੇ ਤਰੇਤ, ਜੰਬੂਰ, ਇਹ ਜਿਹੜੇ 4 ਕਿਤਾਬ ਹਨ, ਅਤੇ 18 ਪੁਰਾਣ, ਇਹ ਆਪ ਜੀ ਨੇ ਕਥਨ ਕੀਤੇ ਹਨ। ਹੁਣ ਜੇ ਸਾਨੂੰ ਕੋਈ ਸਿੱਧਾ ਪੁੱਛੇ ਤਾਂ ਆਪਾਂ ਕਹਿਣਾ ਹੈ ਕਿ ਜੀ ਬ੍ਰਹਮਾ ਨੇ 4 ਵੇਦ ਕਥਨ ਕੀਤੇ ਹੈ। ਵੇਦ ਵਿਆਸ ਜੀ ਨੇ 18 ਪੁਰਾਣ ਜਿਹੜੇ ਲਿਖੇ ਹੈ। ਮੁਹੰਮਦ ਸਾਹਿਬ ਹੋਣਾ ਦੇ ਕੁਰਾਨ ਹਨ, ਆਪਾਂ ਐਵੇਂ ਕਹਾਂਗੇ। ਪਰ ਅਸਲ ਵਿੱਚ ਜਿਹੜੀ ਪਿੱਛੇ ਤਾਕਤ ਅਕਾਲ ਪੁਰਖ ਮਹਾਂਕਾਲ ਦੀ ਹੈ, ਗੁਰੂ ਸਾਹਿਬ ਜੀ ਉਹ ਕਹਿ ਰਹੇ ਹਨ ਵੀ ਹੇ ਵਾਹਿਗੁਰੂ ਅਕਾਲ ਪੁਰਖ ਪ੍ਰਭੂ, ਸਾਰੀ ਸ੍ਰਿਸ਼ਟੀ ਤੁਸਾਂ ਨੇ ਪੈਦਾ ਕੀਤੀ ਹੈ। ਦਿਸ਼ਾ ਵਿਦਿਸ਼ਾ, ਜ਼ਮੀਨ ਅਸਮਾਨ, 4 ਵੇਦ ਵੀ ਆਪ ਜੀ ਨੇ ਕਥਨ ਕੀਤੇ ਹੈ। 4 ਕਿਤਾਬ ਵੀ ਕੁਰਾਨ ਆਦਿਕ ਤੋਂ ਲੈ ਕੇ 18 ਪੁਰਾਣ ਵੀ ਆਪ ਜੀ ਨੇ ਕਥਨ ਕੀਤੇ, ਰਚੇ ਹਨ। ਰਚੇ ਰੈਣ ਦਿਵਸੰ ਥਪੇ ਸੂਰ ਚੰਦਰੰ। ਰਚੇ ਰੈਣ ਦਿਵਸੰ, ਵਾਹਿਗੁਰੂ ਆਪ ਜੀ ਨੇ ਹੀ ਰਾਤ ਦਿਨ ਰਚੇ ਬਣਾਏ ਹੈ। ਥਪੇ ਸੂਰ ਚੰਦਰੰ, ਜਿਹੜਾ ਚੰਦਰਮਾ ਅਤੇ ਸੂਰਜ 2 ਦੀਵੇ ਹਨ ਇਹ ਬ੍ਰਹਿਮੰਡ ਦੇ ਵਿੱਚ ਇੱਕ ਦੇ, ਉਹ ਵੀ ਆਪ ਜੀ ਨੇ ਥਪੇ ਕਈ ਸਥਿਤ ਕੀਤੇ ਆਕਾਸ਼ ਦੇ ਵਿੱਚ, ਉਹ ਵੀ ਆਪ ਜੀ ਨੇ ਬਣਾਏ ਹੈ। ਇੱਕ ਬ੍ਰਹਿਮੰਡ ਵਿੱਚ ਸੂਰਜ ਚੰਦਰਮਾ ਹੈ, ਦੋਨੋਂ ਹੈ, ਅਤੇ ਕਰੋੜਾਨ ਕਰੋੜ ਬ੍ਰਹਿਮੰਡਾਂ ਵਿੱਚ ਹੀ ਸੂਰਜ ਚੰਦਰਮਾ ਹਨ। ਸਾਰੇ ਥਾਂ ਆਪ ਜੀ ਨੇ ਬਣਾਏ ਹਨ ਜੀ, ਕਿਉਂਕਿ ਕੋਟ ਬ੍ਰਹਿਮੰਡ ਕੋ ਠਾਕਰ ਸੁਆਮੀ, ਸਰਬ ਜੀਆਂ ਕਾ ਦਾਤਾਰੇ ਤੁਸੀਂ ਹੋ। ਠਟੇ ਦਈਵ ਦਾਨੋ, ਠਟੇ ਦਈਵ ਦਾਨੋ, ਰਚੇ ਵੀਰ ਬਿੰਦਰੰ। ਦੈਵ ਜਿਹੜੇ ਦੈਂਤ ਹਨ, ਦੇਵਤੇ ਹੈ, ਉਹ ਵੀ ਆਪ ਜੀ ਨੇ ਠਟੇ ਕਈ ਰਚੇ ਹਨ, ਬਣਾਏ ਹੈ। ਦਾਨੋ ਦਾਨਵੀ ਆਪ ਨੇ ਹੀ ਬਣਾਏ ਹੈ। ਰਚੇ ਵੀਰ ਬਿੰਦਰੰ, ਫਿਰ ਵੱਡੇ ਵੱਡੇ ਸੂਰ ਵੀਰ ਬਹਾਦਰ ਸੂਰਮੇ, ਜਾਂ ਵੀਰ ਕਹੀਏ ਜਿਹੜੇ 52 ਵੀਰ, ਬਿੰਦਰੰ ਜਿਹੜੇ ਮਹਾਨ, ਬਿੰਦਰੰ ਕਹੀਏ ਮਹਾਨ ਜਿਹੜੇ ਵਿਦਵਾਨ ਹਨ, ਪੰਡਿਤ ਲੋਕ, ਭਗਤੇ, ਇਹ ਸਾਰੇ ਆਪ ਜੀ ਨੇ ਰਚੇ ਬਣਾਏ ਹਨ। ਕਰੀ ਲੋਹ ਕਲਮੰ ਲਿਖਿਓ ਲੇਖ ਮਾਥੰ। ਤੇ ਆਪ ਜੀ ਦੇ ਕਰੀ ਕਈ ਹੱਥ ਦੇ ਵਿੱਚ
ਜਿਵੇਂ ਲੋਹਾ ਬੜਾ ਸਖਤ ਹੁੰਦਾ, ਲੋਹੇ ਵਰਗੀ ਸਖਤ ਕਲਮ ਪਕੜੀ ਹੋਈ ਹੈ, ਅਤੇ ਜਿਸ ਕਲਮ ਦੇ ਨਾਲ ਸਾਰੇ ਜੀਵਾਂ ਦੇ ਜਿਹੜੇ ਮੱਥੇ 'ਤੇ ਲੇਖਾਂ ਨੂੰ ਲਿਖਿਆ ਹੋਇਆ ਹੈ। ਜਿਹੜੇ ਮੁਸਲਮਾਨੀ ਮੱਤ ਵਿੱਚ ਉਹਨਾਂ ਦਾ ਖਿਆਲ ਹੈ ਵੀ ਖੁਦਾ ਨੇ ਹੱਥ ਵਿੱਚ ਲੋਹੇ ਦੀ ਸਖਤ ਕਲਮ ਪਕੜੀ ਹੋਈ ਹੈ, ਬੜੀ ਸਖਤ ਕਲਮ ਲੋਹੇ ਦੀ ਹੈ, ਅਤੇ ਲੋਹੇ ਦੀ ਹੀ ਫੱਟੀ ਹੈ, ਜਿਸ ਉੱਪਰ ਉਹ ਜੀਵਾਂ ਦੇ ਲੇਖ ਲਿਖਦਾ ਹੈ, ਅਤੇ ਉਸ ਨੂੰ ਬੜੀ ਹਿਫਾਜ਼ਤ ਨਾਲ, ਬੜੇ ਢੰਗ ਦੇ ਨਾਲ ਸਾਂਭ ਸੰਭਾਲ ਕਰਕੇ ਉਹ ਫੱਟੀ ਅਤੇ ਕਲਮ ਵਾਹਿਗੁਰੂ ਨੇ ਖੁਦਾ ਨੇ ਰੱਖੀ ਹੋਈ ਹੈ। ਇਹ ਉਹਨਾਂ ਦਾ ਖਿਆਲ ਹੈ, ਜਿਸ ਕਰਕੇ ਮਹਾਰਾਜ ਉਸ ਸੰਬੰਧ ਵਿੱਚ ਅਰਥ ਵੀ ਸਮਝ ਲੈਣਾ ਵੀ ਗੁਰੂ ਜੀ ਨੇ ਉਸ ਖਿਆਲ ਨਾਲ ਕਿਹਾ ਹੈ ਵੀ ਕਰੀ ਲੋਹ ਕਲਮੰ, ਕਿ ਜਿਸ ਵਾਹਿਗੁਰੂ ਨੇ ਆਪਣੇ ਹੱਥ ਦੇ ਵਿੱਚ ਲੋਹੇ ਵਰਗੀ ਸਖਤ ਕਲਮ ਪਕੜੀ ਹੋਈ ਹੈ ਅਤੇ ਜੀਵਾਂ ਦੇ ਮੱਥਿਆਂ ਦੇ ਉੱਪਰ ਲੇਖ ਲਿਖੇ ਹਨ। ਇਸੇ ਤਰ੍ਹਾਂ ਉਹ ਕਰੀ ਕਹੀਏ ਜੋ ਵਾਹਿਗੁਰੂ ਹੈ, ਉਸ ਨੇ ਆਪਣੇ ਹੁਕਮ ਰੂਪੀ ਹੱਥ ਦੇ ਵਿੱਚ, ਉਸ ਨੇ ਆਪਣੇ ਹੱਥ ਦੇ ਵਿੱਚ ਜਿਹੜੀ ਲੋਹੇ ਵਰਗੀ ਸਖਤ ਹੁਕਮ ਰੂਪੀ ਕਲਮ ਹੈ ਉਹ ਫੜੀ ਹੋਈ ਹੈ। ਹੁਕਮ ਬੜਾ ਉਹਦਾ ਅਟੱਲ ਹੈ, ਸਖਤ ਹੈ, ਉਹਦਾ ਅਟੱਲ ਅਛੇਦ ਹੁਕਮ ਹੈ। ਬਸ ਜੋ ਉਹਨੇ ਕਰਨਾ ਉਹਨੇ ਉਹੀਓ ਕਰਨਾ ਹੈ। ਜਿਸ ਵਾਹਿਗੁਰੂ ਨੇ ਆਪਣੇ ਹੱਥ ਦੇ ਵਿੱਚ ਹੁਕਮ ਰੂਪੀ ਲੋਹੇ ਦੀ ਜਿਹੜੀ ਹੈ ਸਖਤ ਕਲਮ ਪਕੜੀ ਹੋਈ ਹੈ, ਸਾਰੇ ਜੀਵਾਂ ਦੇ ਮੱਥੇ ਉੱਪਰ ਲੇਖ ਲਿਖਿਆ ਹੈ। ਸਭੇ ਜੇਰ ਕੀਨੇ ਬਲੀ ਕਾਲ ਹਾਥੰ, ਤੇ ਉਸ ਵਾਹਿਗੁਰੂ ਐਸਾ ਜੋ ਮਹਾਕਾਲ ਬਲੀ ਹੈ, ਉਸ ਬਲੀ ਕਾਲ ਵਾਹਿਗੁਰੂ ਨੇ ਆਪਣੇ ਹੱਥਾਂ ਵਿੱਚ ਬਲੀ ਜਿਹੜੇ ਹੈ ਉਹ ਵੱਡੇ ਵੱਡੇ ਬਲੀ ਜੇਰ ਕਈ ਆਪਣੇ ਅਧੀਨ ਕੀਤੇ ਹੋਏ ਹਨ। ਸਾਰੇ ਜਿੰਨੇ ਬਲੀ ਹੈ ਉਸ ਕਾਲ ਨੇ ਆਪਣੇ ਹੱਥਾਂ ਵਿੱਚ ਕੀਤੇ ਹੋਏ ਹਨ। ਕਈ ਮੇਟ ਡਾਰੇ ਉਸਾਰੇ ਬਣਾਏ, ਉਸ ਮਹਾਕਾਲ ਨੇ ਕਈ ਮੇਟ ਦਿੱਤੇ ਹੈ, ਖਤਮ ਕਰ ਦਿੱਤੇ ਹੈ, ਖਤਮ ਕਰਕੇ ਡਾਰੇ ਕਈਏ ਸੁੱਟ ਦਿੱਤੇ, ਵਗਾ ਕੇ ਉਹ ਮਾਰੇ ਹੈ। ਫਿਰ ਮੌਜ ਵਿੱਚ ਆ ਕੇ ਉਸਾਰ ਦਿੰਦਾ, ਉਸਾਰ ਕੇ ਬਣਾ ਦਿੰਦਾ ਹੈ। ਢਾਹੇ ਉਸਾਰੇ, ਉਸਾਰੇ ਢਾਹੇ, ਵੀ ਉਹਦੀ ਆਪਣੀ ਮਰਜ਼ੀ ਹੈ, ਉਹ ਮਰਜ਼ੀ ਦਾ ਮਾਲਕ ਹੈ। ਜਦੋਂ ਜੀਅ ਕਰਦਾ ਹੈ ਰਚ ਲੈਂਦਾ ਸ੍ਰਿਸ਼ਟੀ, ਜਦੋਂ ਜੀਅ ਕਰਦੇ ਹੈ ਤੇ ਉਹ ਨਸ਼ਟ ਕਰ ਦਿੰਦੇ ਹੈ, ਕਿਉਂਕਿ ਹਰਨ ਭਰਨ ਜਾ ਕਾ ਨੇਤਰ ਫੋਰ ਹੈ, ਉਹਦੇ ਹੱਥ ਵਿੱਚ ਹੀ ਹੈ ਸਭ ਕੁਝ। ਕਈ ਉਸ ਅਕਾਲ ਵਾਹਿਗੁਰੂ ਮਹਾਕਾਲ ਨੇ ਮੇਟ ਕੇ ਸੁੱਟ ਦਿੱਤੇ ਹੈ, ਫਿਰ ਉਸਾਰ ਕੇ ਬਣਾ ਦਿੰਦਾ ਹੈ। ਉਪਾਰੇ ਗੜੇ ਫਿਰ ਮੇਟੇ ਉਪਾਏ, ਉਪਾਰੇ ਗੜੇ ਕਹੀਏ ਪਹਿਲਾਂ ਗੜ ਦਿੰਦਾ ਹੈ, ਫਿਰ ਉਪਾਰੇ ਉਹ ਪੁੱਟ ਦਿੰਦਾ ਹੈ। ਜਿਹੜੇ ਪੁੱਟੇ ਹੈ ਉਹਨਾਂ ਨੂੰ ਗੜ ਦਿੰਦਾ, ਗੱਡਿਆਂ ਨੂੰ ਪੁੱਟ ਦਿੰਦਾ ਹੈ, ਅਤੇ ਇਸ ਤਰ੍ਹਾਂ ਫਿਰ ਮੇਟੇ ਉਪਾਏ ਮੇਟ ਕੇ ਤੇ ਪੈਦਾ ਕਰ ਦਿੰਦਾ ਹੈ। ਕਿਰਿਆ ਕਾਲ ਜੂਕੀ ਕਾਨੂੰਨ ਪਛਾਨੀ, ਕਿਰਿਆ ਕਾਲ ਜੂ ਕੀ ਕਿਹਨੂੰ ਨਾ ਪਛਾਨੀ। ਇਸ ਤਰ੍ਹਾਂ ਉਸ ਅਕਾਲ ਪੁਰਖ ਦੀ ਜਿਹੜੀ ਕਿਰਿਆ ਹੈ ਨਾ ਮਹਾਕਾਲ ਦੀ, ਕਿਹਨੂੰ ਨਾ ਪਛਾਨੀ, ਕਿਸੇ ਨੇ ਵੀ ਪਛਾਣੀ ਨਹੀਂ ਹੈ, ਕਿਸੇ ਨੂੰ ਪਤਾ ਨਹੀਂ ਲੱਗਿਆ ਉਸ ਦੀ ਕਿਰਿਆ ਦਾ ਵੀ ਕੀ ਕਰੇਗਾ ਉਹ। ਕਨਿਓ ਪੈ ਬਿਹੈ, ਕਨਿਓ ਪੈ ਬਿਹੈ ਹੈ, ਕਨਿਓ ਪੈ ਬਿਹਾਨੀ। ਘਨਿਓ ਪੈ ਭਾਵ ਘਨਿਓ, ਘਨਿਓ ਬਹੁਤਿਆਂ ਦੇ ਉੱਪਰ ਉਸ ਕਾਲ ਦੀ ਜਿਹੜੀ ਕਿਰਿਆ ਹੈ ਨਾ, ਉਸ ਕਾਲ ਦੀ ਜਿਹੜੀ ਕਿਰਿਆ ਹੈ ਬਿਹ ਹੈ ਉਹ ਵਰਤੇਗੀ, ਅਤੇ ਘਨਿਓ ਪੈ ਬਿਹਾਨੀ ਕਈਆਂ 'ਤੇ ਵਰਤ ਚੁੱਕੀ ਹੈ। ਆ ਕਿੰਨਿਆਂ 'ਤੇ ਉਹਦੀ ਕਿਰਿਆ ਮਹਾਕਾਲ ਦੀ ਜਿਹੜੀ ਹੈ ਭਾਵੀ ਵਰਤ ਚੁੱਕੀ ਹੈ, ਅਤੇ ਕਈਆਂ 'ਤੇ ਵਰਤੇਗੀ
ਵਰਤਦੀ ਰਹੇਗੀ। ਕਿਤੇ ਕ੍ਰਿਸ਼ਨ ਸੇ ਕੀਟ ਕੋਟਾ ਬਣਾਏ। ਉਸ ਵਾਹਿਗੁਰੂ ਦੀ ਕਿੰਨਿਆਂ ਦੇ ਬੀਤ ਗਈ, ਵੱਡੇ ਵੱਡੇ ਬਲੀਆਂ ਤੇ। ਗੁਰੂ ਮਹਾਰਾਜ ਦੱਸ ਰਹੇ ਵੀ ਹੁਣ ਇੱਥੇ ਉਹ ਗੱਲ ਦੱਸ ਰਹੇ ਆ ਕਿ ਉਹ ਮਹਾਂਕਾਲ ਕੀ ਹੈ ਕਿ ਕਾਲ ਪਾਏ ਕਰ ਵਿਸ਼ਨੂੰ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ। ਸਾਰਾ ਉਸਦੇ ਕਾਲ ਦਾ ਹੀ ਕੀਤਾ ਹੋਇਆ ਖੇਲ ਤਮਾਸ਼ਾ ਹੈ। ਅਤੇ ਉਸ ਅਕਾਲ ਪੁਰਖ ਨੇ ਜਿਹੜੀ ਹੈ ਆਪਣੀ ਭਾਵੀ ਵੱਡੇ ਵੱਡੇ ਅਵਤਾਰਾਂ 'ਤੇ ਵੀ ਜਿਹੜੀ ਹੈ ਵਰਤਾਈ ਹੈ। ਅਤੇ ਅੱਗੇ ਜਿਹੜੇ ਜੀਵ ਤੁਰੇ ਫਿਰ ਰਹੇ ਆ, ਮਹਾਰਾਜ ਜੀ ਨੇ ਉਸ ਵੇਲੇ ਕਿਹਾ ਵੀ ਅੱਗੇ ਜਿਹੜੇ ਹੋਣਗੇ ਉਹਨਾਂ 'ਤੇ ਵੀ ਬੀਤੇਗੀ। ਦੱਸਿਆ ਹੈ ਕਿ ਕਿਤੇ ਉਸ ਪ੍ਰਭੂ ਨੇ ਕਿਤੇ ਕਹੀਏ ਕਿੰਨੇ ਕੋਟੇ ਕਹੀਏ ਕਰੋੜ, ਕਰੋੜਾਂ ਹੀ ਜਿਹੜੇ ਕ੍ਰਿਸ਼ਨ ਭਗਵਾਨ ਵਰਗੇ ਹੈ ਕੀਟ ਕਹੀਏ ਦਾਸ ਬਣਾਏ ਹੈ। ਇੱਥੋਂ ਅਰਥ ਕੀਟ ਤੋਂ ਕਈ ਕੀੜੇ ਲਾ ਲੈਂਦੇ ਆ ਵੀ ਕ੍ਰਿਸ਼ਨ ਜੀ ਵਰਗੇ ਕੀੜੇ ਬਣਾਏ ਹਨ। ਇਹ ਅਰਥ ਨਹੀਂ ਬਣਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅੱਗੇ ਕ੍ਰਿਸ਼ਨ ਅਵਤਾਰ ਲਿਖਿਆ ਹੈ, ਉੱਥੇ ਸਤਿਗੁਰੂ ਜੀ ਨੇ ਕਿੰਨਾ ਜਿਹੜਾ ਸਤਿਕਾਰ ਨਾਲ ਗੁਰੂ ਜੀ ਨੇ ਲਿਖਿਆ ਹਰ ਜੀ ਹਰ ਜੀ। ਫਿਰ ਮਹਾਰਾਜ ਇੱਥੇ ਕੀੜੇ ਕਿਵੇਂ ਲਿਖ ਸਕਦੇ ਹੈ? ਸੱਚੇ ਪਾਤਸ਼ਾਹ ਜੀ ਦੀ ਬਾਣੀ ਵਿੱਚ ਇਹ ਗੱਲ ਆਉਂਦੀ ਹੈ ਕਿ ਸਤਿਜੁਗ ਤੈ ਮਾਣਿਓ ਛਲਿਓ ਬਲ ਬਾਵਨ ਭਾਇਓ, ਤ੍ਰੇਤੈ ਤੈ ਮਾਣਿਓ ਰਾਮ ਰਘੁਵੰਸ਼ ਕਹਾਇਓ, ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ। ਆਪ ਵੀ ਕਹਿੰਦੇ ਨਾਮ ਉਚਾਰ ਤਰੀ ਗਨ ਕਾ, ਸੋਈ ਨਾਮ ਉਧਾਰ ਵਿਚਾਰ ਹਮਾਰੇ। ਕ੍ਰਿਸ਼ਨ ਅਵਤਾਰ 'ਚ ਹੀ ਬੜਾ ਸਤਿਗੁਰੂ ਜੀ ਨੇ ਸਤਿਕਾਰ ਨਾਲ ਕਥਨ ਕੀਤਾ ਹੈ। ਅਕਾਲ ਪੁਰਖ ਸਰੂਪ ਹੈ ਗੁਰੂ ਮਹਾਰਾਜ। ਕਿਸੇ ਨੂੰ ਇਸ ਤਰ੍ਹਾਂ ਮਾਰੇ ਕੀਟ ਨਕੀੜਾ ਨਹੀਂ ਕਹਿ ਰਹੇ ਹੈ। ਇਹ ਤਾਂ ਅਸੀਂ ਅਰਥ ਭਾਵੇਂ ਲਾ ਲਈ ਗੱਲ ਵੱਖਰੀ ਹੈ। ਇਹ ਤਾਂ ਉਸ ਭਾਵ ਨਾਲ ਸੱਚੇ ਪਾਤਸ਼ਾਹ ਜੀ ਨੇ ਕਥਨ ਕੀਤਾ ਹੈ ਜੋ ਮਹਾਂਕਾਲ ਸ਼ਕਤੀ ਹੈ, ਜੋ ਮਹਾਂਕਾਲ ਹੈ ਵਾਹਿਗੁਰੂ ਕਿ ਜਿਸਨੇ ਕੋਟ ਬਿਸ਼ਨ ਕੀਨੇ ਅਵਤਾਰ, ਕੋਟ ਬ੍ਰਹਮੰਡ ਜਾ ਕੇ ਧਰਮਸਾਲ, ਕੋਟ ਮਹੇਸ਼ ਉਪਾਏ ਸਮਾਏ, ਕੋਟ ਬ੍ਰਹਮੇ ਜਗ ਸਾਜਨ ਲਾਏ, ਐਸੋ ਧਣੀ ਗੋਬਿੰਦ ਹਮਾਰਾ, ਵਰਨ ਨਾ ਸਾਕੋ ਗੁਣ ਵਿਸਥਾਰਾ। ਜਿਵੇਂ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਹਨ ਉਸ ਪੱਖ ਦੇ ਨਾਲ ਵੀ ਜੋ ਧਣੀ ਗੋਬਿੰਦ ਪਰਮਾਤਮਾ ਹੈ ਨਾ, ਜਿਹਨੇ ਇੰਨੇ ਵਿਸ਼ਨੂੰ ਭਗਵਾਨ ਸ਼ਿਵ ਜੀ ਪੈਦਾ ਕੀਤੇ ਹੈ, ਬ੍ਰਹਮੇ ਸੰਸਾਰ ਸਾਜਨ 'ਤੇ ਲਾਏ ਹੋਏ ਹੈ, ਐਸਾ ਹੈ ਸਾਡਾ ਧਣੀ ਗੋਬਿੰਦ ਵਾਹਿਗੁਰੂ। ਉਸ ਪੱਖ ਨੂੰ ਜਿਵੇਂ ਗੁਰੂ ਜੀ ਨੇ ਵਰਤਿਆ ਹੈ, ਇੱਥੇ ਗੁਰੂ ਮਹਾਰਾਜ ਉਹ ਮਹਾਂਕਾਲ ਦੀ ਕਥਨ ਕਰ ਰਹੇ ਹੈ ਵੀ ਜੋ ਸਮੇਂ ਸਮੇਂ ਨਾਲ ਅਵਤਾਰ ਹੋਏ ਹੈ ਅਤੇ ਉਹ ਵੀ ਜਿਹੜੇ ਹੈ ਸਰੀਰ ਕਰਕੇ ਅਲੋਪ ਹੋਏ ਹੈ। ਤਾਂ ਮਹਾਰਾਜ ਕਹਿ ਰਹੇ ਕਿਤਨੇ ਕਰੋੜ ਉਸ ਮਹਾਂਕਾਲ ਨੇ ਕ੍ਰਿਸ਼ਨ ਵਰਗੇ ਜਿਹੜੇ ਹੈ ਕੀਟ ਕਹੀਏ ਦਾਸ ਕਰੋੜਾਂ ਹੀ ਬਣਾਏ ਹੋਏ ਹਨ। ਕੀਟ ਦਾ ਅਰਥ ਕੀੜੇ ਨਹੀਂ ਕਰਨਾ ਹੈ। ਕਿਤੇ ਰਾਮ ਸੇ ਮੇਟ ਡਾਰੇ ਉਪਾਏ। ਕਿੰਨੇ ਹੀ ਸ਼੍ਰੀ ਰਾਮ ਚੰਦਰ ਭਗਵਾਨ ਵਰਗੇ ਮੇਟੇ ਹੈ, ਮੇਟ ਦਿੱਤੇ ਹੈ, ਮੇਟ ਕੇ ਡਾਰੇ ਕਹੀਏ ਉਹ ਸੁੱਟ ਦਿੱਤੇ ਤੇ ਉਪਾਏ ਪੈਦਾ ਕੀਤੇ ਹਨ। ਮਹਾਦੀਨ ਕੇਤੇ ਪ੍ਰਿਥੀ ਬਾਂਝ ਹੋਏ। ਮਹਾਦੀਨ ਜੋ ਮਹਾਦੀਨ ਹਨ, ਆ ਧਰਮ ਦੇ ਚਾਲਕ ਚਲਾਉਣ ਵਾਲੇ ਮੁਹੰਮਦ ਸਾਹਿਬ ਜੀ, ਮੁਹੰਮਦ ਸਾਹਿਬ, ਮੂਸੇ ਪੈਗੰਬਰ ਹੋਣੀ, ਇਹ ਸਾਰੇ ਇਬਰਾਹਿਮ, ਇਹ ਪੈਗੰਬਰ ਜਿਹੜੇ ਕਿੰਨੇ ਜਿਹੜੇ ਪ੍ਰਿਥੀ ਵਿੱਚ ਇਸ ਸ੍ਰਿਸ਼ਟੀ ਵਿੱਚ ਬਾਂਝ ਹੋਏ, ਉਹ ਵੀ ਇਸ ਸ੍ਰਿਸ਼ਟੀ ਤੋਂ ਬਾਂਝ ਹੋਏ ਹਨ। ਇਸ ਤਰ੍ਹਾਂ ਹੀ ਪ੍ਰਿਥੀ ਮਾਂਝ ਹੋਏ, ਪਾਠ ਗਲਤ ਹੈ ਇੱਥੇ, ਪ੍ਰਿਥੀ ਬਾਂਝ ਹੋਏ ਨਹੀਂ ਮਾਂਝ। ਮਹਾਦੀਨ ਕੇਤੇ ਪ੍ਰਿਥੀ ਮਾਂਝ ਹੋਏ। ਇਸ ਪ੍ਰਿਥੀ ਵਿੱਚ ਧਰਤੀ ਵਿੱਚ ਕਿੰਨੇ ਹੀ ਮੁਹੰਮਦ, ਇਬਰਾਹਿਮ, ਮੂਸਾ ਪੈਗੰਬਰ ਵਰਗੇ ਹੋਏ ਹਨ। ਸਮੈ ਆਪਣੀ ਆਪਣੀ ਅੰਤ ਮੂਏ। ਪਰ ਆਪੋ ਆਪਣੇ ਸਮੇਂ ਅੰਤ ਵੇਲੇ ਉਸ ਕਾਲ ਦੇ ਵਸ ਹੋਏ ਮਰ ਗਏ ਹਨ, ਚਲੇ ਗਏ ਹਨ। ਅੰਤ ਸਮੇਂ ਵੀ ਆਪੋ ਆਪਣੀ ਵਾਰੀ ਨਾ, ਵਾਰੀ ਆਪੋ ਆਪਣੀ ਕੋਈ ਨਾ ਬੰਦੈ ਧੀਰ। ਜਦੋਂ ਸਮਾਂ ਆਇਆ ਆਪੋ ਆਪਣੇ ਸਮੇਂ ਅੰਤ ਨੂੰ ਇਹ ਵੀ ਜਿਹੜੇ ਮੋਏ ਕਹੀਏ ਖਤਮ ਹੋ ਗਏ ਹਨ।
ਜਿਨੇ ਪੈਗੰਬਰ ਆਦਿਕ ਅਵਤਾਰ ਹੋਏ ਹੈ। ਜਿਤੇ ਔਲੀਆ ਅੰਬੀਆ ਹੋਏ ਬੀਤੇ। ਜਿੰਨੇ ਔਲੀਏ ਹਨ ਧਰਮ ਦੇ ਆਗੂ ਸੰਤ, ਜਿਵੇਂ ਆਪਾਂ ਸੰਤ ਕਹਿ ਦਿੰਦੇ ਹਾਂ, ਬ੍ਰਹਮ ਗਿਆਨੀ, ਸਾਧੂ, ਮੁਸਲਮਾਨਾਂ ਵਿੱਚ ਔਲੀਏ, ਉਹ ਜਿੰਨੇ ਔਲੀਏ ਹੋਏ ਹੈ ਧਰਮ ਦੇ ਆਗੂ, ਅੰਬੀਆ ਕਹੀਏ ਜਿਹੜੇ ਪੈਗੰਬਰ ਹੈ, ਖੁਦਾ ਦਾ ਪੈਗਾਮ ਲੈ ਕੇ ਆਏ ਹੋਏ ਜਾਂ ਧਰਮ ਨੂੰ ਪ੍ਰਫੁੱਲਤ ਕਰਨ ਵਾਲੇ, ਇਹ ਕਿੰਨੇ ਹੋ ਚੁੱਕੇ ਹੈ। ਜਿੰਨੇ ਵੀ ਔਲੀਏ ਧਰਮ ਦੇ ਆਗੂ, ਅੰਬੀਆ ਕਹੀਏ ਪੈਗੰਬਰ, ਧਰਮ ਨੂੰ ਪ੍ਰਫੁੱਲਤ ਕਰਨ ਵਾਲੇ, ਇਹ ਹੋਏ ਬੀਤੇ, ਇਹ ਵੀ ਹੋ ਕੇ ਬੀਤ ਗਏ, ਗੁਜ਼ਰ ਗਏ ਹਨ। ਤਿਤਿਓ ਕਾਲ ਜੀਤਾ ਨਾ ਤੇ ਕਾਲ ਜੀਤੇ। ਤਿਤਿਓ ਕਾਲ ਜੀਤਾ, ਤਿਤਿਓ ਕਹੀ ਉਹਨਾਂ ਨੂੰ ਸਾਰਿਆਂ ਨੂੰ ਕਾਲ ਨੇ ਜਿੱਤ ਲਿਆ, ਉਸ ਮਹਾਂਕਾਲ ਨੇ, ਨਾ ਤੇ ਕਾਲ ਜੀਤੇ, ਪਰ ਕਾਲ, ਉਹ ਕਾਲ ਤੋਂ ਜਿੱਤੇ ਨਹੀਂ ਹਨ। ਕਾਲ ਨੇ ਉਹਨਾਂ ਨੂੰ ਜਿੱਤ ਲਿਆ, ਭਾਵ ਕਾਲ ਨੇ ਜੀਵ ਲਿਆ ਹੈ, ਹੜੱਪ ਲਿਆ ਹੈ, ਪਰ ਕਾਲ ਨੂੰ ਉਹ ਨਹੀਂ ਚਬਾ ਸਕੇ ਹਨ। ਜਿਤੇ ਰਾਮ ਸੇ ਕ੍ਰਿਸ਼ਨ ਹੋਏ ਬਿਸ਼ਨ ਆਏ। ਜਿੰਨੇ ਵੀ ਸ਼੍ਰੀ ਰਾਮ ਚੰਦਰ ਜੀ ਵਰਗੇ, ਕ੍ਰਿਸ਼ਨ ਭਗਵਾਨ ਵਰਗੇ, ਤੇ ਇਹ ਜਿਹੜੇ ਵਿਸ਼ਨੂੰ ਭਗਵਾਨ ਦੇ ਅਵਤਾਰ ਹੋ ਕੇ ਇਸ ਧਰਤੀ 'ਤੇ ਆਏ ਹੈ। ਤਿਤਿਓ ਕਾਲ ਖਾਪਿਓ ਨਾ ਤੇ ਕਾਲ ਘਾਏ। ਤਿਤਿਆਂ ਉਹਨਾਂ ਸਾਰਿਆਂ ਨੂੰ ਕਾਲ ਨੇ ਖਾਪਿਓ ਕਹੀਏ ਖਤਮ ਕਰ ਦਿੱਤਾ ਹੈ, ਨਾਸ ਕਰ ਦਿੱਤਾ ਹੈ। ਤਿਤਿਓ ਕਾਲ, ਆ ਮੌਤ ਜੋ ਹੈ ਉਹ ਮਹਾਂਕਾਲ ਹੈ, ਕਾਲ ਪੁਰਖ ਵਾਹਿਗੁਰੂ ਹੈ, ਤਿਤਿਆਂ ਨੂੰ ਨਾਸ ਕਰ ਦਿੱਤਾ ਹੈ, ਕਿਉਂਕਿ ਉਹ ਵਾਹਿਗੁਰੂ ਮਹਾਂਕਾਲ ਹੈ ਨਾ। ਜਦੋਂ ਮਹਾਂਕਾਲ ਹੀ ਸਭ ਕੁਝ ਕਰਦਾ ਹੈ, ਅਤੇ ਇਹ ਤਿਤਿਓ ਕਾਲ, ਉਸ ਕਾਲ ਨੇ ਉਹਨਾਂ ਸਾਰਿਆਂ ਨੂੰ ਖਾ ਪਿਓ ਨਾਸ ਕਰ ਦਿੱਤਾ ਹੈ। ਨਾ ਤੇ ਕਾਲ ਘਾਏ, ਪਰ ਉਹ ਇਹ ਅਵਤਾਰ ਉਸ ਕਾਲ ਨੂੰ ਨਹੀਂ ਘਾ ਸਕੇ, ਮਾਰ ਸਕੇ। ਉਹਨਾਂ ਕੋ ਕਾਲ ਕਹੀਏ ਇਹ ਸਮੇਂ ਮੌਤ ਨੂੰ ਘਾਇਆ, ਮਾਰਿਆ ਨਹੀਂ ਗਿਆ ਹੈ, ਉਹਨਾਂ ਤੋਂ ਇਹ ਮਰ ਨਹੀਂ ਸਕਿਆ ਹੈ ਸਮਾਂ ਕਾਲ। ਜਿਤੇ ਇੰਦਰ ਸੇ ਚੰਦਰ ਸੇ ਹੋਤ ਆਏ। ਕਿ ਜਿੰਨੇ ਵੀ ਇੰਦਰ ਵਰਗੇ, ਆ ਚੰਦਰ ਮਾਂ ਵਰਗੇ ਹੁੰਦੇ ਹੋਏ ਆਏ ਹੈ। ਤਿਤਿਓ ਕਾਲ ਖਾਪਾ ਨਾ ਤੇ ਕਾਲ ਘਾਏ। ਉਹਨਾਂ ਸਾਰਿਆਂ ਨੂੰ ਕਾਲ ਨੇ ਖਾਪਾ ਕੇ ਖਪਾ ਦਿੱਤਾ ਹੈ, ਨਾ ਤੇ ਕਾਲ ਘਾਏ। ਉਹਨਾਂ ਕੋਲੋਂ ਕਾਲ ਨੂੰ ਘਾਇਆ, ਨਾਸ ਨਹੀਂ ਕੀਤਾ ਜਾ ਸਕਿਆ, ਉਹਨਾਂ ਕੋ ਕਾਲ ਨਹੀਂ ਮਰ ਸਕਿਆ ਹੈ। ਜਿਤੇ ਔਲੀਆ ਅੰਬੀਆ ਗੌਸ ਹਵੈ ਹੈ। ਜਿਤੇ ਔਲੀਆ ਧਰਮ ਦੇ ਆਗੂ, ਅੰਬੀਆ ਧਰਮ ਨੂੰ ਪ੍ਰਫੁੱਲਤ ਕਰਨ ਵਾਲੇ, ਪੈਗਾਮ ਲੈ ਕੇ ਆਉਣ ਵਾਲੇ ਪੈਗੰਬਰ, ਗੌਸ ਜਿਹੜੇ ਮੁਸਲਮਾਨਾਂ ਵਿੱਚ ਉੱਚੀ ਥਾਂ 'ਤੇ, ਭਾਵ ਸਿੱਧ ਸ਼ਕਤੀਆਂ ਵਾਲੇ ਫਕੀਰ ਆਦਿਕ ਜਿਹੜੇ ਬੈਠਦੇ ਹੈ, ਅਤੇ ਕਿਸੇ ਜੋ ਮੁਸਲਮਾਨ ਦੁਖੀ ਫਰਿਆਦ ਕਰਦਾ, ਫਰਿਆਦੀ, ਉਹਦੀ ਫਰਿਆਦ ਜੋ ਸੁਣਦੇ, ਉਹ ਹੈ ਗੌਸ। ਜਾਂ ਗੌਸ ਉਹ ਹੁੰਦੇ ਹੈ ਜਿਹੜੇ ਆਪਣੀ ਮਰਜ਼ੀ ਨਾਲ ਆਪਣੇ ਅੰਗਾਂ ਨੂੰ ਵੱਖਰਾ ਵੱਖਰਾ ਕਰ ਲੈਂਦੇ ਹੈ। ਜਦੋਂ ਪਤਾ ਲੱਗੇ ਵੀ ਕੋਈ ਮਾਰਨਾ ਚਾਹੁੰਦਾ ਹੈ, ਉਹ ਆਪਣੇ ਸਾਰੇ ਅੰਗ ਅੱਡ ਕਰ ਦਿੰਦੇ ਹਨ, ਬਾਂਹ ਕਿਤੇ, ਸਿਰ ਕਿਤੇ, ਪੈਰ, ਚਰਨ, ਲੱਤ ਕਿਤੇ। ਫਿਰ ਅਗਲਾ ਕਹਿੰਦਾ ਵੀ ਇਹਨੂੰ ਕੀ ਮਾਰਨਾ, ਇਹ ਤਾਂ ਪਹਿਲਾਂ ਹੀ ਟੋਟੇ ਟੋਟੇ ਹੋਇਆ ਪਿਆ ਹੈ। ਇਸ ਤਰ੍ਹਾਂ ਜੋ ਆਪਣੀ ਮਰਜ਼ੀ ਨਾਲ ਹੀ ਸਰੀਰ ਦੇ ਅੰਗ ਵੱਖੋ ਵੱਖਰੇ ਕਰ ਲੈਂਦੇ, ਉਹ ਹੁੰਦੇ ਗੌਸ। ਜਿੰਨੇ ਵੀ ਔਲੀਏ ਅੰਬੀਏ ਗੌਸ ਪੈਦਾ ਹੋਏ ਹਨ। ਸਭੇ ਕਾਲ ਕੇ ਅੰਤ ਦਾੜਾ ਤਲ ਹੈ। ਸਾਰੇ ਅੰਤ ਨੂੰ ਕਾਲ ਦੇ, ਜਿਹੜਾ ਹੈ ਸਾਰੇ ਅੰਤ ਨੂੰ ਕਾਲ ਦੀ ਦਾੜਾਂ ਦੇ ਥੱਲੇ ਆਉਣਗੇ, ਦਾੜਾਂ ਹੇਠ ਹੀ ਆਉਣਗੇ, ਚਬਾਏ ਜਾਣਗੇ। ਜਿਤੇ ਮਾਨ ਦਾਤਾਦ ਰਾਜਾ ਸਹਾਏ। ਜਿੰਨੇ ਵੀ ਮਾਨ ਦਾਤਾ ਰਾਜਾ ਜੋ ਹੋਇਆ ਹੈ, ਬੇਣੂ ਪ੍ਰਿਥੂ ਰਾਜਾ ਜਨਕ ਆਦਿਕ
ਸਾਰੇ ਸੋਭਾ ਵਾਲੇ ਜੋ ਰਾਜੇ ਹੋਏ ਹਨ। ਸਭੈ ਬਾਂਧ ਕਾ ਕਾਲ ਜੇਲਾ ਚਲਾਏ। ਸਾਰੇ ਉਸ ਕਾਲ ਨੇ ਬੰਨ੍ਹ ਕੇ ਜੇਲ੍ਹ ਕਈ ਆਪਣੀ ਜੇਲ੍ਹ ਵਿੱਚ ਚਲਾ ਕੇ ਬੰਦੀ ਖਾਨੇ ਵਿੱਚ ਤੋਰ ਦਿੱਤੇ ਹਨ। ਉਹ ਸਾਰੇ ਉਹਨੇ ਕਾਲ ਨੇ ਮਾਨਦਾਤਾ ਵਰਗੇ ਜਿਹੜੇ ਬੜੇ ਧਰਮ ਦੇ ਨਿਆਂ ਵਾਲੇ ਸਨ, ਇਹ ਸਾਰੇ ਚਲਾ ਕੇ ਤੇ ਜੇਲ੍ਹ ਵਿੱਚ ਤੋਰ ਦਿੱਤੇ ਹਨ। ਕਾਲ ਨੇ ਆਪਣੇ ਜੇਲ੍ਹ ਵਿੱਚ ਤੋਰ ਦਿੱਤੇ, ਭਾਵ ਸਭ ਕਾਲ ਦੇ ਵੱਸ ਹੋ ਗਏ ਹਨ। ਮਾਨਦਾਤੇ ਬਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਵੀ ਬਚਨ ਆਉਂਦਾ ਹੈ, ਮਾਨਦਾਤਾ ਗੁਣ ਰਵੈ ਜਿਨ ਚੱਕਰ ਵੈ ਕਹਾਇਓ। ਵੀ ਮਾਨਦਾਤਾ ਵੀ ਵਾਹਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਗੁਣ ਗਾਉਂਦਾ ਹੈ, ਜਿਸ ਨੇ ਆਪਣੇ ਆਪ ਨੂੰ ਚੱਕਰਵਰਤੀ ਪਾਤਸ਼ਾਹ ਕਹਾਇਆ ਹੈ। ਮਾਨਦਾਤਾ ਬੜਾ ਧਰਮ ਦੇ ਨਿਆਂ ਵਾਲਾ ਰਾਜਾ ਹੋਇਆ ਹੈ। ਇਹਦੀ ਪੈਦਾਇਸ਼ ਬਾਰੇ ਤਿਵੇਂ ਹਰੀਵੰਸ਼ ਗ੍ਰੰਥ ਵਿੱਚ ਲਿਖਿਆ ਹੋਇਆ ਹੈ ਕਿ ਜੋ ਕੁਦਰਤ ਦਾ ਨਿਯਮ ਹੈ ਉਹਦੇ ਅਨੁਸਾਰ ਹੀ ਹੋਇਆ ਸੀ। ਮਾਤਾ ਗੌਰੀ ਦੀ ਉਦਰ ਤੋਂ ਪਿਤਾ ਯੁਵਨਾਸ਼ ਦੇ ਘਰ ਹੈ। ਪਰ ਜੋ ਵਿਸ਼ਨੂੰ ਪੁਰਾਣ ਹੈ, ਸ਼੍ਰੀਮਦ ਭਗਵਤ ਪੁਰਾਣ ਹੈ, ਉਹਦੇ ਵਿੱਚ ਵਿਚਿੱਤਰੀ ਅਸਚਰਜੀ ਅਨੋਖੀ ਕਥਾ ਲਿਖੀ ਹੋਈ ਹੈ। ਕਹਿੰਦੇ ਯੁਵਨਾਸ਼ ਦੇ ਘਰ ਕੋਈ ਪੁੱਤਰ ਨਹੀਂ ਸੀ ਹੁੰਦਾ। ਇਸ ਨੇ ਬੜੇ ਹੋਮ ਜੱਗ ਕਰਾਏ ਅਤੇ ਰਿਸ਼ੀਆਂ ਨੇ ਫਿਰ ਇਹਦੇ ਘਰ ਜੱਗ ਕੀਤਾ ਵੀ ਇਹਦੇ ਘਰ ਪੁੱਤਰ ਹੋ ਜਾਏ। ਇੱਕ ਦਿਨ ਦੀ ਗੱਲ ਹੈ, ਉਹਨਾਂ ਨੇ ਜਿਹੜਾ ਪਵਿੱਤਰ ਜਲ ਸੀ ਉਹ ਉੱਚੀ ਜੀ ਥਾਂ 'ਤੇ ਰੱਖਿਆ ਸੀ ਪੂਜਾ ਕਰਨ ਵਾਲਾ। ਉੱਚੀ ਥਾਂ 'ਤੇ ਉਹ ਜਲ ਰੱਖਿਆ ਅਤੇ ਮਾਨਦਾਤਾ ਜਿਹੜਾ ਸੀ, ਰਾਤ ਜਦੋਂ ਪਈ ਮਾਨਦਾਤੇ ਨੂੰ ਇਹਨੂੰ ਯੁਵਨਾਸ਼ ਨੂੰ ਜਦੋਂ ਰਾਤ ਪਈ ਇਹਨੂੰ ਤੇਹ ਲੱਗੀ, ਇਹਨੇ ਉਹ ਜਲ ਜਿਹੜਾ ਪੀ ਲਿਆ। ਜਦੋਂ ਜਲ ਪੀ ਲਿਆ, ਕਿਉਂਕਿ ਉਹ ਜਲ ਵਿੱਚ ਉਹ ਸ਼ਕਤੀ ਹੋ ਗਈ ਸੀ ਪੁੱਤਰ ਪੈਦਾ ਕਰਨ ਵਾਲੀ, ਇਹਨੇ ਜਲ ਪੀ ਲਿਆ। ਅਤੇ ਇਹ ਜਦੋਂ ਯੁਵਨਾਸ਼ ਨੇ ਜਲ ਪੀ ਲਿਆ, ਰਾਤ ਨੂੰ ਤੇਹ ਲੱਗੀ ਅਤੇ ਇਹਦੇ ਕਹਿੰਦੇ ਉਹ ਗਰਭ ਠਹਿਰ ਗਿਆ। ਜਦੋਂ ਇਹਨੂੰ ਇਸ ਤਰ੍ਹਾਂ ਹੋਇਆ, ਫਿਰ ਉਹ ਕੁਦਰਤ ਦੇ ਨਿਯਮ ਅਨੁਸਾਰ ਸਮੇਂ ਦੇ ਨਾਲ ਫਿਰ ਵੱਖੀ ਦੇ ਵਿੱਚੋਂ ਇਹ ਮਾਨਦਾਤਾ ਜਿਹੜਾ ਪੈਦਾ ਹੋਇਆ ਹੈ, ਯੁਵਨਾਸ਼ ਦੀ ਵੱਖੀ ਦੇ ਵਿੱਚੋਂ ਜਦੋਂ ਪੈਦਾ ਹੋਇਆ, ਫਿਰ ਸਾਰੇ ਰਿਸ਼ੀ ਕਹਿਣ ਵੀ ਇਹਨੂੰ ਹੁਣ ਦੁੱਧ ਕੌਣ ਪਿਆਏ, ਮਾਂ ਦਾ ਕੰਮ ਹੁੰਦਾ ਦੁੱਧ ਪਿਆਉਣਾ। ਇੰਦਰ ਦੇਵਤਾ ਕਹਿੰਦੇ ਆਇਆ, ਉਸਨੇ ਮਾਤਾ ਦੇ ਅਸਥਨ ਦੀ ਥਾਂ ਇਹਦੇ ਮੁੱਖ ਵਿੱਚ ਉਂਗਲੀ ਪਾ ਦਿੱਤੀ ਅਤੇ ਕਿਹਾ ਵੀ ਇਹਨੂੰ ਪਾਲਣ ਮੈਂ ਕਰਾਂਗਾ, ਇਹਨੂੰ ਧਾਰਨ ਮੈਂ ਕਰਾਂਗਾ। ਇਸ ਤਰ੍ਹਾਂ ਇਹਦਾ ਨਾਮ ਮਾਨਦਾਤਾ ਪਿਆ ਹੈ। ਮਾਨਦਾਤਰੀ ਨਾਮ ਇਹਦਾ ਪੁਰਾਣਾ ਵਿੱਚ ਉਂਝ ਲਿਖਿਆ ਹੁੰਦਾ ਹੈ। ਗੁਰਬਾਣੀ ਵਿੱਚ ਮਾਨਦਾਤਾ ਗੁਣ ਰਵੈ ਜਿਨ ਚੱਕਰ ਵੈ ਕਹਾਇਓ। ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ ਵੀ ਅੱਗੇ ਬ੍ਰਹਮਾ ਅਵਤਾਰ ਵਿੱਚ ਕਥਾ ਆਉਂਦੀ ਹੈ, ਜਾਂ ਮਨੂੰ ਦੇ ਪ੍ਰਸੰਗ ਵਿੱਚ ਕਥਾ ਆਉਂਦੀ ਹੈ। ਅਤੇ ਉੱਥੇ ਇਵੇਂ ਕਥਾ ਆਉਂਦੀ ਵੀ ਗੁਰੂ ਮਹਾਰਾਜ ਜੀ ਨੇ ਫਿਰ ਸਾਧ ਸੰਗਤ ਜੀ ਜੋ ਜ਼ਫਰਨਾਮਾ ਬਾਣੀ ਹੈ ਉਹਦੇ ਵਿੱਚ ਇੱਕ ਹਕਾਇਤ ਪੂਰੀ ਮਾਨਦਾਤਾ ਦੀ ਲਿਖੀ ਹੋਈ ਵੀ ਬੜਾ ਜੋ ਧਰਮ ਦੇ ਨਿਆਂ ਵਾਲਾ, ਬੜਾ ਰਾਜਨੀਤੀ ਵਾਲਾ ਸਿਆਣਾ ਇਹ ਰਾਜਾ ਸੀ ਮਾਨਦਾਤਾ। ਇਹਦੇ 4 ਪੁੱਤਰ ਸਨ। ਇਹਨੇ ਆਪਣਾ ਰਾਜ ਭਾਗ 4 ਹਿੱਸਿਆਂ ਵਿੱਚ ਹੀ ਤਕਸੀਮ ਕਰ ਦਿੱਤਾ ਸੀ, ਭਾਵ 4 ਪੁੱਤਰਾਂ ਨੂੰ ਵੰਡਣ ਲੱਗਾ। 3 ਪੁੱਤਰ ਵੱਡਿਆਂ ਨੂੰ, ਇੱਕ ਨੂੰ ਘੋੜੇ ਦੇ ਦਿੱਤੇ, ਇੱਕ ਨੂੰ ਹਾਥੀ ਦੇ ਦਿੱਤੇ ਸੋਨਿਆਂ ਨਾਲ ਮੜ ਕੇ, ਅਤੇ ਇੱਕ ਪੁੱਤਰ ਨੂੰ ਜਿਹੜੇ ਰਥ ਦੇ ਦਿੱਤੇ ਸਨ। ਜੋ ਛੋਟਾ ਪੁੱਤਰ ਸੀ ਅਤੇ ਉਹਨੂੰ ਇੱਕ ਤਾਂ ਮੂੰਗੀ ਦਾ ਸਾਬਤ ਦਾਣਾ ਕਿਹਾ ਕਿ ਪੁੱਤਰ ਤੂੰ ਛੋਟਾ ਅਤੇ ਤੈਨੂੰ ਕੋਈ ਬਹੁਤਾ ਨਹੀਂ ਦੇਣਾ, ਥੋੜ੍ਹਾ ਬਹੁਤ ਹੀ ਦੇਣਾ। ਅਤੇ ਮਾਨਦਾਤਾ ਇਹ ਸਮਝਦਾ ਸੀ ਵੀ ਇਹ ਸਿਆਣਾ ਵੀ ਹੈ, ਜਿਸ ਕਰਕੇ ਉਹਨੂੰ ਮੂੰਗੀ ਦਾ ਇੱਕ ਦਾਣਾ ਦੇ ਦਿੱਤਾ, ਅੱਧਾ ਛੋਲਿਆਂ ਦਾ ਦਾਣਾ ਦੇ ਦਿੱਤਾ, ਜਿਹੜੇ ਚਣੇ ਹੁੰਦੇ ਆ, ਅੱਧਾ ਦਾਣਾ ਇਹਦਾ, ਭਾਵ 1.5 ਦਾਣਾ ਹੀ
ਤੇ ਚਾਰੇ ਪੁੱਤਰਾਂ ਨੂੰ ਇਹ ਗੱਲ ਕਹੀ ਵੀ ਇਹ ਤੁਹਾਨੂੰ ਦੇ ਦਿੱਤਾ, ਤੁਹਾਡਾ ਜੋ ਹਿੱਸੇ ਆਉਂਦਾ ਸੀ, ਤੇ ਹੁਣ ਸਭ ਕੁਝ ਇਹ ਤੁਹਾਡਾ ਹੋਇਆ। ਹਾਂ, ਬਾਕੀ ਤੁਹਾਡਾ ਹੀ ਆ। ਮੇਰਾ ਜਦੋਂ ਜੀਅ ਕਰੇਗਾ ਮੈਂ ਤੁਹਾਨੂੰ ਪੁੱਛਾਂਗਾ ਵੀ ਇਹਦੇ ਬਾਰੇ, ਪੁੱਛ ਗਿੱਛ ਮੈਂ ਕਰਾਂਗਾ ਵੀ ਕਿਹਨੇ ਕੀ ਖੱਟਿਆ ਤੇ ਕੀ ਗਵਾਇਆ ਹੈ। ਉਹ ਜਦੋਂ ਵੰਡ ਦਿੱਤਾ, ਜਿਹੜੇ 3 ਵੱਡੇ ਸਨ ਉਹਨਾਂ ਨੇ ਤੇ ਇਹ ਸਭ ਕੁਝ ਲੈ ਕੇ ਤੇ ਫਰਲੇ ਡਾ ਦਿੱਤੇ। ਸ਼ਰਾਬਾਂ ਕਬਾਬਾਂ ਵਿੱਚ ਹੀ, ਮੰਦ ਕਰਮਾਂ ਵਿੱਚ ਹੀ ਸਾਰਾ ਕੁਝ ਹੀ ਆਪਣਾ ਖਤਮ ਕਰ ਲਿਆ। ਤੇ ਜਦੋਂ ਛੋਟਾ ਜਿਹੜਾ ਸੀ, ਜਿਹਨੂੰ 1.5 ਦਾਣਾ ਹੀ ਦਿੱਤਾ ਸੀ ਅਨਾਜ ਦਾ ਹੀ, ਤੇ ਉਸ ਵੇਲੇ ਉਸ ਬੱਚੇ ਨੇ ਇਹੀ ਕਿਹਾ ਸੀ, ਜਿਹਦਾ ਨਾਂ ਸੀ ਦਲੀਪ, ਕਹਿੰਦੇ ਪੁੱਤਰ ਤੈਨੂੰ ਥੋੜ੍ਹਾ ਜਿਹਾ ਦੇਣਾ ਹੈ ਤੇ ਤੂੰ ਰੱਖ ਲਾ, ਤੇ ਮੈਂ ਤੇਰਾ ਹੀ ਆ ਉਂਝ ਤੇ, ਪਰ ਜਦੋਂ ਜੀ ਕਰੇਗਾ ਪੁੱਛਾਂਗੇ ਹੀ ਕੀ ਵਧਾਇਆ ਕੀ ਗਵਾਇਆ ਹੈ। ਤੇ ਦਲੀਪ ਨੇ ਇਹੀ ਕਿਹਾ ਸੀ ਪਿਤਾ ਜੀ ਵੀ ਅੱਜ ਭਾਵੇਂ 1.5 ਦਾਣਾ ਹੀ ਹੈ, ਅੰਨ ਦੇ ਦਿੱਤਾ, ਸਭ ਕੁਝ ਹੀ ਦੇ ਦਿੱਤਾ ਤੁਸਾਂ ਨੇ। ਅੰਨ ਦੇ ਨਾਲ ਹੀ ਪ੍ਰਾਣ ਹੈ, ਜੇ ਪ੍ਰਾਣ ਨਹੀਂ ਹੈ ਤੇ ਧਨ ਕਿੱਥੋਂ ਹੈ, ਜੇ ਅੰਨ ਨਹੀਂ ਹੈ ਤੇ ਪ੍ਰਾਣ ਕਿੱਥੋਂ ਹੈ। ਤੇ ਆਪ ਜੀ ਨੇ ਉਹ ਅੰਨ ਦੇ ਦਿੱਤਾ ਹੈ, ਇਸ ਕਰਕੇ ਮੈਨੂੰ ਸਭ ਕੁਝ ਹੀ ਮਿਲ ਗਿਆ ਹੈ। ਅੰਨ ਦੇ ਨਾਲ ਹੀ ਧਨ ਹੈ। ਤੇ ਜਦੋਂ ਮਾਣ ਦਾਤਾ ਇਹ ਛੋਟੇ ਕੋ ਪੁੱਛਿਆ ਵੀ ਤੂੰ ਕੀ ਹੁਣ ਗਵਾਇਆ ਖੱਟਿਆ ਹੈ, ਬੜਾ ਲੰਬਾ ਤਪ ਤਪੱਸਿਆ ਨੇ ਕੀਤੀ ਸੀ, ਸਾਧ ਸੰਗਤ ਜੀ ਮਿਹਨਤ ਕੀਤੀ। ਤੇ ਜਦੋਂ ਮਿਲਿਆ ਪਿਓ ਪੁੱਤਰ ਤੇ ਪੁੱਛਿਆ ਹੈ, ਕਹਿਣ ਲੱਗੇ ਪਿਤਾ ਜੀ ਜੇ ਤੁਸਾਂ ਨੇ ਮੇਰਾ ਖੱਟਿਆ ਵੇਖਣਾ ਤੇ ਫਿਰ ਇੱਕ ਥਾਂ ਨਹੀਂ ਬਹਿ ਕੇ ਦਿਖੇਗਾ, ਉਹ ਤੇ ਤੁਹਾਨੂੰ ਇੱਧਰ ਉੱਧਰ ਜਾਣਾ ਪਏਗਾ। ਫਿਰ ਵਿਖਾਇਆ ਸੀ ਇੱਕ ਤੇ ਉਹ ਮੂੰਗੀ ਦੇ ਦਾਣੇ ਤੋਂ ਇਹਨੇ ਵਧਾ ਕੇ ਅੰਨ ਮਿਹਨਤ ਕਰ ਕਰਕੇ ਤੇ ਮੰਗੂਰ ਜਿਹੜਾ ਸ਼ਹਿਰ ਹੈ ਉਹ ਵਸਾਇਆ। ਜਿਹੜਾ ਚਣਾ ਸੀ ਛੋਲੇ ਦਾ ਅੱਧਾ ਦਾਣਾ, ਉਹ ਕਹਿੰਦੇ ਕਿਸੇ ਬਾਣੀ ਨੂੰ ਦੇ ਕੇ ਇਹਨੇ ਅੱਧਾ ਵਟਾਂਦਰਾ ਕਰਕੇ ਪੂਰਾ ਲਿਆ ਸੀ। ਉਸ ਤੋਂ ਹੀ ਵਾਧਾ ਕਰ ਕਰਕੇ ਤੇ ਜਿਹੜਾ ਹੈ ਆਪਣੀ ਮਿਹਨਤ ਕਰਕੇ ਦਿੱਲੀ ਜਿਹੜਾ ਸ਼ਹਿਰ ਵਸਾਇਆ ਹੈ, ਉਹ ਮਾਨਦਾਤਾ ਨੇ ਵਸਾਇਆ ਹੈ। ਤੇ ਵੇਖ ਕੇ ਫਿਰ ਮਾਨਦਾਤਾ ਬੜਾ ਪ੍ਰਸੰਨ ਹੋਇਆ ਸੀ ਵੀ ਵਜ਼ੀਰਾਂ ਨੂੰ ਕਹਿਣ ਲੱਗਾ ਵੇਖ ਲਓ ਉੱਧਰ ਜਿਹੜੇ ਵੱਡੇ ਆ 3 ਤੇ ਉਹਨਾਂ ਨੂੰ ਦਿੱਤਾ ਵੀ ਜ਼ਿਆਦਾ ਤੇ ਉਹਨਾਂ ਫਰਲੇ ਡਾਦ ਛੱਡੇ, ਸਭ ਕੁਝ ਹੀ ਖਾ ਪੀ ਲਿਆ ਹੈ, ਕੁੱਖ ਵੀ ਨਹੀਂ ਪੱਲੇ ਰਿਹਾ ਹੈ। ਤੇ ਇੱਧਰ ਜਿਹੜਾ ਛੋਟਾ ਹੈ ਉਸ ਨੇ ਵੇਖ ਲਓ ਵੀ ਉਹਨੂੰ ਦਿੱਤਾ ਵੀ 1.5 ਦਾਣਾ ਹੈ ਤੇ ਉਹਨੇ ਕਿੰਨਾ ਕੁਝ ਖੱਟੀ ਕੀਤੀ ਹੈ। ਇਹ ਦਲੀਪ ਨੇ ਹੋਰ ਜਿਹੜੇ ਮਿਹਨਤ ਕੀਤੀ, ਉਸ ਮਿਹਨਤ ਦੇ ਨਾਲ ਆਪਣੇ ਭਰਾਵਾਂ ਦੇ ਵੀ ਜਿਹੜੇ ਹਾਥੀ ਘੋੜੇ ਰੱਥ ਸਾਰੇ ਖਰੀਦ ਲਏ ਸਨ। ਭਾਵ ਘਰ ਦੀ ਦੌਲਤ ਘਰ ਵਿੱਚ ਹੀ ਆਣ ਕੇ ਉਹਨੇ ਪ੍ਰਵੇਸ਼ ਕਰਾ ਦਿੱਤੀ ਸੀ, ਰੱਖ ਲਈ ਸੀ। ਤੇ ਮਾਨਦਾਤਾ ਵੇਖ ਕੇ ਖੁਸ਼ ਹੋਇਆ, ਵਜ਼ੀਰਾਂ ਨੂੰ ਕਹਿਣ ਲੱਗਾ ਵੀ ਜੇ ਤੇ ਬਿਠਾਵਾਂਗੇ ਰਾਜ ਭਾਗ ਤੇ ਦਲੀਪ ਨੂੰ ਤੇ ਫਿਰ ਤੇ ਹੋਏਗੀ ਰਾਜ ਭਾਗ ਦੀ ਚੜ੍ਹਦੀ ਕਲਾ, ਤੇ ਜੇ ਆਹ 3 ਨੂੰ ਦੇ ਦਿੱਤਾ ਰਹਿੰਦਾ ਖੁੰਦਾ ਤੇ ਇਹਨਾਂ ਵੀ ਨਹੀਂ ਰਹਿਣ ਦੇਣਾ ਹੈ। ਦਲੀਪ ਤੇ ਹੈ ਸਪੂਤ ਤੇ ਆਹ 3 ਹੈ ਕਪੂਤ, ਜਿਹੜੇ ਆਪਣੇ ਪਿਤਾ ਦੀ ਜਾਇਦਾਦ ਵਧਾਉਣ ਉਹ ਹੁੰਦੇ ਸਪੂਤ, ਜਿਹੜੇ 19 ਰੱਖਣ ਉਹ ਹੁੰਦੇ ਆ ਪੁੱਤਰ, ਜਿਹੜੇ ਰਹਿਣ ਕੱਖ ਨਾ ਦੇਣ ਉਹ ਹੁੰਦੇ ਆ ਕਪੁੱਤਰ। ਇਸ ਤਰ੍ਹਾਂ ਦਲੀਪ ਸਪੂਤ ਨਿਕਲਿਆ ਸੀ। ਮਾਨਦਾਤਾ ਵੀ ਵਾਹਿਗੁਰੂ ਦੇ ਗੁਣ ਗਾਉਂਦਾ ਰਿਹਾ ਹੈ। ਇਸ ਤਰ੍ਹਾਂ ਧਰਮ ਦੇ ਨਿਆਂ ਕਰਕੇ ਜਦੋਂ ਮਾਨਦਾਤਾ ਕਹਿੰਦੇ ਵੀ ਸਵਰਗ ਵਿੱਚ ਗਿਆ, ਇੰਦਰ ਦੇ ਆਸਣ 'ਤੇ ਬੈਠਣਾ ਚਾਹੁੰਦਾ ਸੀ, ਕਿਉਂਕਿ ਧਰਤੀ ਮਾਤ ਲੋਕ 'ਤੇ ਵੀ ਚੱਕਰਵਰਤੀ ਪਾਤਸ਼ਾਹ ਰਿਹਾ ਸੀ, ਉੱਥੇ ਜਾ ਕੇ ਆਸਣ ਤਾਂ ਪੂਰਾ ਹੀ ਚਾਹੁੰਦੇ ਸਨ। ਅਤੇ ਇੰਦਰ ਦੇਵਤਾ ਆਪਣੇ ਆਸਣ ਤੋਂ ਥੋੜ੍ਹਾ ਪਾਸੇ ਹੋ ਗਿਆ, ਅੱਧਾ ਦੇ ਦਿੱਤਾ, ਕਹਿੰਦਾ ਵੀ ਅੱਧਾ ਤੁਹਾਡਾ ਅੱਧਾ ਮੇਰਾ, ਇੱਥੇ ਬੈਠੋ ਤੁਸੀਂ ਸਤਿਕਾਰ ਨਾਲ। ਮਾਨਦਾਤਾ ਕਹਿੰਦਾ ਵੀ ਅੱਧਾ ਕਿਉਂ, ਪੂਰਾ ਹੀ ਮੇਰਾ ਹੈ ਆਸਣ। ਅਤੇ ਇੰਦਰ ਦੇਵਤਾ ਕਹਿੰਦਾ ਵੀ ਨਹੀਂ ਅੱਧਾ ਤੇਰਾ ਅੱਧਾ ਮੇਰਾ ਹੈ। ਜਦੋਂ ਮਾਨਦਾਤੇ ਨੇ ਫਿਰ ਥੋੜ੍ਹਾ ਵੀਰ ਰਸ ਨਾਲ ਤੱਕਿਆ ਇੰਦਰ ਨੂੰ,
ਤੇ ਜੋ ਦੇਵਤਿਆਂ ਦਾ ਗੁਰੂ ਬ੍ਰਹਸਪਤੀ ਹੈ, ਫਿਰ ਉਹਨੇ ਕਿਹਾ ਇਸ ਮਾਨਦਾਤੇ ਨੂੰ ਵੀ ਮਾਨਦਾਤਾ, ਇੰਦਰ ਦੇਵਤੇ ਨੇ ਜੋ ਯੋਗ ਬਣਦਾ ਉਹ ਬਿਲਕੁਲ ਸਹੀ ਕੀਤਾ ਹੈ, ਇਹੀ ਤੈਨੂੰ ਯੋਗ ਹੈ, ਉਹਨੇ ਠੀਕ ਕੀਤਾ ਹੈ, ਸਤਿਕਾਰ ਤੇਰਾ ਕੀਤਾ, ਅੱਧਾ ਤੇਰਾ ਆਸਨ ਅੱਧਾ ਉਸਦਾ ਹੈ। ਮਾਨਦਾਤਾ ਕਹਿੰਦਾ ਕਿਵੇਂ ਅੱਧਾ ਉਹਦਾ ਹੈ? ਮੈਂ ਚੱਕਰਵਰਤੀ ਪਾਤਸ਼ਾਹ ਰਿਹਾ ਹਾਂ, ਇੱਥੇ ਵੀ ਮੈਂ ਪੂਰੇ ਆਸਨ ਲਵਾਂਗਾ। ਫਿਰ ਉਸ ਵੇਲੇ ਇੰਦਰ ਦੇਵਤੇ ਨੇ ਕਹਿੰਦੇ ਛਲ ਕੀਤਾ ਸੀ, ਕਹਿੰਦੇ ਵੀ ਮਥੁਰਾ ਦੇ ਵਿੱਚ ਲਵਣਾਸਰ ਨਾਮ ਦਾ ਦੈਂਤ ਹੈ, ਬ੍ਰਹਸਪਤੀ ਵੀ ਕਹਿੰਦਾ ਉਹਨੂੰ ਤੂੰ ਖਤਮ ਕਰ, ਉਹ ਅਜੇ ਤੇਰਾ ਦੁਸ਼ਮਣ ਜਿਉਂਦਾ ਹੈ, ਜੇ ਤੂੰ ਉਹਨੂੰ ਮਾਰ ਦੇਵੇਂਗਾ ਤੇ ਫਿਰ ਤੇਰਾ ਪੂਰਾ ਹੀ ਇਹ ਸਵਰਗਪੁਰੀ ਦਾ ਆਸਣ ਹੈ, ਫਿਰ ਤੂੰ ਇੰਦਰ ਦਾ ਆਸਣ ਨਹੀਂ ਤੇਰਾ ਆਸਣ ਹੈ। ਦਸਮ ਗ੍ਰੰਥ ਸਾਹਿਬ ਵਿੱਚ ਇਹ ਕਥਾ ਆਉਂਦੀ ਹੈ ਵੀ ਉਸੇ ਵੇਲੇ ਮਾਨਦਾਤਾ ਜਿਹੜਾ ਸੀ ਸਾਧ ਸੰਗਤ ਜੀ ਆ ਗਿਆ ਵਾਪਸ ਸਵਰਗਪੁਰੀ ਤੋਂ, ਅਤੇ ਮਥੁਰੇ ਵਿੱਚ ਆ ਕੇ ਲਵਣਾਸਰ ਦੈਂਤ ਦੇ ਨਾਲ ਜੰਗ ਕੀਤਾ ਬੜਾ। ਉਹ ਅਤ ਉਪਮਾ ਅਲੰਕਾਰ ਦੇ ਨਾਲ ਮਹਾਰਾਜ ਜੀ ਨੇ ਲਿਖਿਆ ਵੀ ਜਦੋਂ ਫਿਰ ਜੰਗ ਕੀਤੀ, ਬੜੇ ਬਲੀ ਸਨ, ਪਹਾੜਾਂ ਦੇ ਪਹਾੜ, ਰੁੱਖਾਂ ਦੇ ਰੁੱਖ ਟੁੱਟੇ ਸਨ ਜੰਗ ਕਰਦਿਆਂ। ਅਖੀਰੀ ਲਵਣਾਸਰ ਨੇ ਮਾਨਦਾਤਾ ਨੂੰ ਆਪਣੇ ਕਾਬੂ ਵਿੱਚ ਕਰ ਲਿਆ ਅਤੇ ਮਾਰ ਦਿੱਤਾ ਸੀ। ਇਸ ਤਰ੍ਹਾਂ ਸਵਰਗਪੁਰੀ ਦਾ ਜਿਹੜਾ ਇੰਦਰ ਦਾ ਆਸਣ ਪ੍ਰਾਪਤ ਨਹੀਂ ਸੀ ਕਰ ਸਕਿਆ, ਤਾਂ ਅਤੇ ਕਾਲ ਦੇ ਵੱਸ ਹੋ ਗਿਆ ਸੀ। ਤਾਂ ਹੀ ਮਹਾਰਾਜ ਕਹਿੰਦੇ ਵੀ ਜਿਤੇ ਮਾਨਦਾਤਾ ਦੇ ਰਾਜਾ ਸੁਹਾਏ, ਜਿੰਨੇ ਵੀ ਮਾਨਦਾਤਾ ਵਰਗੇ, ਬੇਣੂ ਵਰਗੇ, ਪ੍ਰਿਥੂ ਵਰਗੇ ਵੱਡੇ ਵੱਡੇ ਰਾਜੇ ਹੋਏ ਹੈ ਸੋਭਨੀਕ, ਇਹ ਸਾਰੇ ਕਾਲ ਨੇ ਇਹਨਾਂ ਨੂੰ ਬੰਨ੍ਹ ਕੇ ਆਪਣੇ ਵੱਸ ਕਰਕੇ ਅਤੇ ਆਪਣੀ ਜੇਲੇ ਕਹੀਏ ਬੰਦੀ ਖਾਨੇ ਦੇ ਵਿੱਚ ਚਲਾਏ ਤੋਰ ਦਿੱਤੇ ਹਨ, ਸਭ ਕਾਲ ਦੇ ਵਾਸੀ ਕਰ ਲਏ ਹਨ। ਜਿਨੈ ਨਾਮ ਤਾਕੋ ਉਚਾਰੋ ਉਬਾਰੇ, ਜਿਨ੍ਹਾਂ ਨੇ ਉਸ ਵਾਹਿਗੁਰੂ ਮਹਾਕਾਲ ਦਾ ਨਾਮ ਉਚਾਰਿਆ ਹੈ, ਉਸ ਨੂੰ ਹੀ ਪ੍ਰਭੂ ਨੇ ਬਚਾ ਲਿਆ ਹੈ। ਬਿਨਾ ਸਾਮ ਤਾਕੀ ਲਖੇ ਕੋਟ ਮਾਰੇ, ਜਿਨ੍ਹਾਂ ਨੇ ਉਸ ਦੀ ਸ਼ਰਨ ਨਹੀਂ ਲਈ ਅਤੇ ਬਿਨਾ ਸਾਮ ਕਹੀਏ ਸ਼ਰਨ, ਬਿਨਾਂ ਉਸ ਵਾਹਿਗੁਰੂ ਦੀ ਸ਼ਰਨ ਤੋਂ ਜਿਹੜੇ ਹੈ ਉਸ ਨੇ ਕਾਲ ਨੇ ਲਖੇ ਕੋਟ ਮਾਰੇ, ਕਰੋੜਾਂ ਕਰੋੜੀ ਜਿਹੜੇ ਹੈ ਨਾ ਮਾਰ ਦਿੱਤੇ ਹੈ, ਜਾਂ ਲਖੇ ਵੇਖੇ ਜਾਂਦੇ ਆ, ਵੇਖੇ ਗਏ ਹਨ ਵੀ ਜਿਹੜੇ ਵਾਹਿਗੁਰੂ ਦੀ ਸ਼ਰਨ ਤੋਂ ਬਿਨਾਂ ਹੈ ਉਹ ਕਰੋੜਾਂ ਕਰੋੜ ਉਸਨੇ ਮਾਰ ਦਿੱਤੇ, ਵੇਖੇ ਗਏ ਹੈ, ਜਾਣੇ ਜਾਂਦੇ ਅਤੇ ਜਾਣੇ ਗਏ ਹੈ, ਸਭ ਮਾਰ ਦਿੱਤੇ ਹੈ। ਤਾਂ ਮਹਾਰਾਜ ਕਹਿੰਦੇ ਹੈ ਕਿ ਸੋ ਨਰ ਕਾਲ ਫਾਸਤੇ ਬਾਚੇ ਜੋ ਹਰ ਸ਼ਰਨ ਸੁਧਾਏ, ਜਿਹੜੇ ਵਾਹਿਗੁਰੂ ਦੀ ਸ਼ਰਨ ਵਿੱਚ ਚਲੇ ਜਾਂਦੇ ਹੈ ਉਹ ਕਾਲ ਦੇ ਵਸ ਨਹੀਂ ਹੁੰਦੇ। ਤਿੰਨ ਜਮ ਕੀ ਤਲਬ ਨਾ ਹੋਵਈ, ਨਾ ਹੋਏ ਦੁੱਖ ਸਹਾਏ, ਉਹਨਾਂ ਨੂੰ ਜਮ ਦੀ ਤਲਬ ਨਹੀਂ ਹੁੰਦੀ, ਤਾੜਨਾ ਨਹੀਂ ਹੁੰਦੀ। ਜਿਹੜੇ ਉਸ ਅਕਾਲ ਪੁਰਖ ਨੂੰ ਸਿਮਰਦੇ ਹੈ, ਜਿਹੜੇ ਜਿਨ੍ਹਾਂ ਨਾਮ ਤਾਂ ਕੋ ਉਚਾਰੋ ਉਬਾਰੇ, ਜਿਨ੍ਹਾਂ ਨੇ ਉਸ ਅਕਾਲ ਪੁਰਖ ਦਾ ਨਾਮ ਉਚਾਰਿਆ ਹੈ, ਅਤੇ ਉਹ ਮਹਾਰਾਜ ਤੇ ਕਹਿੰਦੇ ਰਾਮ ਸਿਮਰ ਪਛਤਾਹੇਗਾ ਮਨ, ਵੀ ਮਨ ਵਾਹਿਗੁਰੂ ਦਾ ਨਾਮ ਸਿਮਰ, ਨਹੀਂ ਤੇ ਤੂੰ ਪਛਤਾਏਗਾ, ਕਿਉਂਕਿ ਕਬੀਰ ਜਮ ਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ। ਉੱਥੇ ਤੇ ਜਮ ਦਾ ਜਿਹੜਾ ਠੇਂਗਾ ਹੈ ਨਾ, ਤਾੜਨਾ ਮਾਰਨਾ ਸਾਸਨਾ ਬੜੀ ਜਿਹੜੀ ਹੈ ਮਾੜੀ ਹੈ, ਸਹੀ ਨਹੀਂ ਜਾਂਦੀ ਹੈ। ਥਾਵ ਨਾ ਹੋਵੀ ਪਉਦੀ, ਹੁਣ ਸੁਣੀਏ ਕਿਆ ਰੁਆਇਆ, ਮਨ ਅੰਧੇ ਜਨਮ ਗਵਾਇਆ। ਉੱਥੇ ਥਾਂ ਨਹੀਂ ਮਿਲਦੀ, ਜੁੱਤੀਆਂ ਬਹੁਤ ਪੈਂਦੀਆਂ ਹਨ। ਤਾਂ ਹੀ ਮਹਾਰਾਜ ਵੀ ਕਹਿ ਰਹੇ ਵੀ ਜਿਨ੍ਹਾਂ ਨੇ ਉਸ ਦਾ ਨਾਮ ਉਚਾਰਿਆ ਉਸ ਨੂੰ ਉਬਾਰੇ ਕਹੀਏ ਵਾਹਿਗੁਰੂ ਨੇ ਬਚਾ ਲਿਆ ਹੈ। ਬਿਨਾਂ ਉਸ ਵਾਹਿਗੁਰੂ ਬਿਨਾਂ ਸ਼ਾਮ ਤਾਕੀ, ਬਿਨਾਂ ਉਸ ਦੀ ਸ਼ਰਨ ਤੋਂ ਲਖੇ ਕੋਟ ਮਾਰੇ, ਕਰੋੜਾਂ ਹੀ ਮਾਰੇ ਕਾਲ ਦੇ ਹੋਏ ਦੇਖੇ ਜਾਂਦੇ ਹੈ, ਜਾਣੇ ਜਾਂਦੇ ਹੈ ਅਤੇ ਮਾਰੇ ਜਾਂਦੇ ਹਨ। ਤਾਂ ਹੀ ਸਤਿਗੁਰੂ ਜੀ ਕਹਿੰਦੇ ਹੈ ਬਾਕੀ ਸਾਰੀਆਂ ਸ਼ਰਨਾਂ ਛੱਡ ਕੇ ਨਾ ਭਾਈ ਇੱਕ ਅਕਾਲ ਪੁਰਖ ਦੀ ਸ਼ਰਨ ਲਓ। ਬੰਦਨਾ ਹਰ ਬੰਦਨਾ, ਗੁਣ ਗਾਵੋ ਗੋਪਾਲ ਰਾਏ, ਇਹ ਗੁਰੂ ਕਾ ਉਪਦੇਸ਼ ਵੀ ਹੈ। ਬੰਦਨਾ ਨਮਸਕਾਰ ਕਰਨੀ ਹੈ, ਸ਼ਰਨ ਲੈਣੀ ਹੈ, ਉਹ ਵਾਹਿਗੁਰੂ ਦੀ ਹੀ ਸ਼ਰਨ ਲੈਣੀ ਯੋਗ ਹੈ।
ਉਸ ਨੂੰ ਹੀ ਨਮਸਕਾਰ ਕਰਨੀ ਯੋਗ ਹੈ, ਉਹਦੇ ਗੁਣ ਗਾਉਣੇ ਯੋਗ ਹੈ, ਫਿਰ ਕਾਲ ਦੇ ਵੱਸ ਨਹੀਂ ਹੋਈਦਾ ਹੈ। ਨਹੀਂ ਤੇ ਸਭ ਕਾਲ ਦੇ ਵੱਸ ਹੋ ਜਾਂਦੇ ਹੈ। ਸਤਿਗੁਰੂ ਤੇ ਕਹਿੰਦੇ ਬਿਨ ਕਰਤਾਰ ਨਾ ਕਿਰਤਮ ਮਾਨੋ, ਆਦ ਅਜੋਨ ਅਜੈ ਵਿਨਾਸੀ ਤੇ ਪਰਮੇਸ਼ਰ ਜਾਨੋ। ਰਹਾਉ ਕਹਾ ਭਇ ਜੋ ਆਨ ਜਗਤ ਮੈਂ, ਦਸ ਕ ਅਸਰ ਹਰ ਘਾਏ, ਅਦਕ ਪਰਪੰਚ ਦਿਖਾਏ ਸਭਨ ਕਹਿ ਆਪ ਹੈ ਬ੍ਰਹਮ ਕਹਾਏ। ਭੰਜਨ ਗੜਨ ਸਮਰੱਥ ਸਦਾ ਪ੍ਰਭ ਸੋ ਕਿਮ ਜਾਤ ਗਿਨਾਇਓ, ਤਾਤ ਸਰਬ ਕਾਲ ਕੇ ਅਸ ਕੋ ਘਾਏ ਬਚਾਏ ਨਾ ਆਇਓ। ਕੈਸੇ ਤੋਹੇ ਤਾਰ ਹੈ ਸੁਨ ਜੜ, ਆਪ ਡੁੱਬਿਓ ਭਵ ਸਾਗਰ, ਛੁਟਿਓ ਕਾਲ ਫਾਸਤੇ ਤਬ ਹੀ ਗਹੋ ਸਰਨ ਜਗਤਾਗਰ। ਉਹ ਜਗਤ ਦੇ ਮਾਲਕ ਦੀ ਸ਼ਰਨ ਫੜੋ ਭਾਈ, ਫੇਰ ਤੁਸੀਂ ਕਾਲ ਦੇ ਵੱਸ ਨਹੀਂ ਹੋਵੋਗੇ। ਉਹ ਤੁਹਾਨੂੰ ਕੋਈ ਕੀ ਛੁਡਾ ਸਕਦਾ ਹੈ? ਜਿਹੜਾ ਆਪ ਪੱਥਰ ਦੀ ਨਿਆਈ ਪੱਥਰ ਹੋਇਆ ਪਿਆ ਹੈ, ਉਸ ਅਕਾਲ ਪੁਰਖ ਮਹਾਂਕਾਲ ਨੂੰ ਸਿਮਰੋ, ਜੋ ਕਾਲਣ ਕੋ ਕਾਲ ਮਹਾਂਕਾਲਣ ਕੋ ਮਹਾਂਕਾਲ ਹੈ, ਜਿਹੜਾ ਕਾਲਾਂ ਦਾ ਵੀ ਕਾਲ ਹੈ। ਉਸ ਦਾ ਭਾਈ ਜਸ ਕਰੋ, ਨਾਮ ਜਪੋ, ਉਹਦੀ ਸ਼ਰਨ ਲਓ। ਉਹਦੀ ਸ਼ਰਨ ਤੋਂ ਬਿਨਾਂ ਕਰੋੜਾਂ ਹੀ ਕਰੋੜ ਉਸਦੇ ਮਾਰ ਦਿੱਤੇ ਵੇਖੇ ਜਾਂਦੇ ਅਤੇ ਮਾਰੇ ਜਾਣਗੇ, ਮਰਦੇ ਰਹਿਣਗੇ। ਸ਼ਰਨ ਵਾਲੇ ਬਚ ਜਾਣਗੇ। ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਬਿਰਧ ਸੁਆਮੀ ਸੰਦਾ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਇੱਥੇ ਹੀ ਆਪਾਂ ਜਿਹੜੀ ਹੈ ਕਥਾ ਦੀ ਸਮਾਪਤੀ ਕਰੀਏ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਕੀ ਸੰਗਤ ਬਖਸ਼ਨਹਾਰ ਹੈ, ਬਖਸ਼ ਲੈਣਾ ਜੀ। ਭੁੱਲਾਂ ਚੁੱਕਾਂ ਦੀ ਖਿਮਾ ਵਿਚਾਰਾਂ ਦੀ ਸਮਾਪਤੀ ਹੈ। ਜਿਤੇ ਮਾਨ ਦਾਤਾਦ ਰਾਜਾ ਸਹਾਏ, ਸਬੈ ਬਾਂਧ ਕਾ ਕਾਲ ਜੇਲਾ ਚਲਾਏ। ਜਿਨੈ ਨਾਮ ਤਾਕੋ ਉਚਾਰੋ ਉਬਾਰੇ, ਬਿਨਾ ਸਾਮ ਤਾਕੀ ਲਖੇ ਕੋਟ ਮਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।